ਸਰਵਣ ਕੀਤਾ ਜੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਪੰਜਵਾ। ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ। ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਨੇ ਸਿਰਤਾਜ ਛਤਰ ਚਬਰ ਤਖਤ ਦੇ ਮਾਲਕ ਆਪ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 105 ਉੱਪਰ ਸੁਭਾਏਮਾਨ। ਇਹਨਾਂ ਬਚਨਾਂ ਦੇ ਰਾਹੀਂ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਜੀਵਾਂ ਨੇ ਇਕੱਤਰ ਹੋ ਕੇ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ, ਪਰਮੇਸ਼ਰ ਅੱਗੇ ਪੁਕਾਰ ਕੀਤੀ, ਪਰਮੇਸ਼ਰ ਦੇ ਅੱਗੇ ਬੇਨਤੀਆਂ ਜੋਦੜੀਆਂ ਕੀਤੀਆਂ, ਤਾਂ ਪਰਮੇਸ਼ਰ ਖੁਸ਼ ਹੋਇਆ। ਭਏ ਕਿਰਪਾਲ ਗੋਬਿੰਦ ਗੁਸਾਈ। ਉਹ ਸਾਡਾ ਗੋਬਿੰਦ ਸਾਨੂੰ ਬਣਾਉਣ ਵਾਲਾ, ਗੁਸਾਈ ਸ੍ਰਿਸ਼ਟੀ ਦਾ ਮਾਲਕ। ਗੋ ਕਹਿੰਦੇ ਆ ਧਰਤੀ ਨੂੰ, ਕੁਦਰਤ ਨੂੰ, ਸ੍ਰਿਸ਼ਟੀ ਨੂੰ, ਤੇ ਸਾਈਂ ਬਣਾਉਣ ਵਾਲਾ ਮਾਲਕ। ਉਹ ਜਿਹੜਾ ਸਾਨੂੰ ਸਾਜਣ ਵਾਲਾ ਹੈ, ਸਾਡਾ ਮਾਲਕ ਹੈ। ਜਦੋਂ ਦਇਆ ਦੇ ਘਰ 'ਚ ਆਇਆ ਤਾਂ ਕੀ ਹੋਇਆ? ਮੇਘ ਵਰਸੈ ਸਭਨੀ ਥਾਈ। ਉਹਨੇ ਆਪਣੀ ਕਿਰਪਾ ਦਾ ਮੀਂਹ ਵਰਾ ਦਿੱਤਾ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ ਕਿ ਆਓ ਆਪਾਂ ਇਕੱਤਰ ਹੋ ਕੇ ਪਰਮੇਸ਼ਰ ਦੇ ਗੁਣ ਗਾਈਏ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੈ ਗੁਣ ਅਗਮ ਅਪਾਰੇ। ਗਾਵਤ ਸੁਣਤ ਸਭੈ ਹੀ ਮੁਕਤੇ, ਸੋ ਧਿਆਈਐ ਜਿਨ ਹਮ ਕੀਏ ਜੀਓ। ਜਿਹਨੇ ਸਾਨੂੰ ਸਾਜਣਾ ਕੀਤਾ, ਜਿਹਨੇ ਸਾਨੂੰ ਭੇਜਣਾ ਕੀਤਾ, ਜਿਹਨੇ ਸਾਨੂੰ ਬਣਾਉਣਾ ਕੀਤਾ, ਜਿਹਨੇ ਸਾਨੂੰ ਮਾਨ ਸਜਾਮਾ ਦਿੱਤਾ ਹੈ, ਔਰ ਮਾਨ ਸਜਾਮੇ ਦੇ ਨਾਲ ਨਾਲ ਬੇਅੰਤ ਸੁੱਖ ਸਹੂਲਤਾਂ ਦਿੱਤੀਆਂ। ਇਹ ਸ੍ਰਿਸ਼ਟੀ ਦਾ ਮਨੁੱਖ ਨੂੰ ਰਾਜਾ ਬਣਾਇਆ। ਉਹਦਾ ਧੰਨਵਾਦ ਤਾਂ ਕਰਨਾ ਬਣਦਾ ਹੀ ਹੈ ਨਾ, ਉਹਦਾ ਸ਼ੁਕਰੀਆ ਕਰਨਾ, ਉਹਦੀ ਸਿਫਤ ਸਲਾਹ ਕਰਨੀ ਤਾਂ ਬਣਦੀ ਆ। ਇਸੇ ਕਰਕੇ ਕੱਲ੍ਹ ਵਾਲੇ ਬਚਨ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਸੀ, ਆਓ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਸ਼ੁਕਰੀਆ ਕਰੀਏ, ਧੰਨਵਾਦ ਕਰੀਏ, ਉਹਦੀ ਸਿਫਤ ਸਲਾਹ ਕਰੀਏ, ਉਹਦੇ ਗੁਣ ਗਾਈਏ। ਤੇ ਗੁਣ ਗਾਉਣ ਤੋਂ ਬਾਅਦ ਕੀ ਹੋਵੇਗਾ? ਮੁਕਤੀ, ਬੰਧਨਾਂ 'ਚੋਂ ਮੁਕਤੀ, ਸੰਸਾਰ ਸਮੁੰਦਰ 'ਚੋਂ ਪਾਰ ਲਾ ਦੇਵੇਗਾ ਉਹ। ਤੇ ਜਦੋਂ ਸਾਰਿਆਂ ਨੇ ਮਿਲ ਕੇ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਬਿਰਾਜਮਾਨ ਹੋ ਕੇ ਬੈਠ ਕਰਕੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕੀਤੀ, ਤਾਂ ਕੀ ਹੋਇਆ? ਉਹ ਦਇਆ ਦੇ ਘਰ 'ਚ ਆਇਆ, ਉਹ ਤਰੁੱਠਿਆ, ਉਹ ਖੁਸ਼ ਹੋਇਆ। ਜਿਸ ਤਰ੍ਹਾਂ ਧਰਤੀ ਦੇ ਵਿੱਚ ਗਰਮੈਸ਼ ਵੱਧ ਜਾਂਦੀ ਆ, ਗਰਮੀ ਵੱਧ ਜਾਂਦੀ ਆ,
ਤਾਂ ਧਰਤੀ ਤੇ ਵਸਣ ਵਾਲੇ ਜੀਵਾਂ ਦੀਆਂ ਪੁਕਾਰਾਂ ਹੁੰਦੀਆਂ ਕਿ ਹੁਣ ਪਰਮੇਸ਼ਰ ਮੀਂਹ ਪਾ। ਪਪੀਹੇ ਨੂੰ ਜਦ ਪਿਆਸ ਲੱਗਦੀ ਹੈ ਉਹ ਵੀ ਕਹਿੰਦੇ ਲਗਾਤਾਰ ਫਿਰ ਕਾਫੀ ਸਮਾਂ ਪੀਓ 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 ਦੀ ਰੱਟ ਲਾਉਂਦਾ ਹੈ। ਇਸੇ ਤਰ੍ਹਾਂ ਸਿੱਖ ਜਦ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਰੱਟ ਲਾਉਂਦਾ ਹੈ, ਵਾਹਿਗੁਰੂ 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 ਦੀ ਰੱਟ ਲਾਉਂਦਾ ਹੈ, ਤੇ ਇੱਕ ਦਿਨ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਵੀ ਦਇਆ ਦੇ ਘਰ ਵਿੱਚ ਆ ਕੇ ਜਿਵੇਂ ਮੀਂਹ ਪਾ ਦਿੰਦਾ ਹੈ, ਇਸੇ ਤਰ੍ਹਾਂ ਹੀ ਕਿਰਪਾ ਦਾ ਮੀਂਹ ਪਾਉਂਦਾ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਸਿੱਖੋ ਆਹ ਦੇਖੋ ਪਰਮੇਸ਼ਰ ਖੁਸ਼ ਹੋ ਗਿਆ। ਜੇ ਆਪਾਂ ਬੈਠ ਕੇ ਉਹਦੀ ਸਿਫਤ ਸਲਾਹ ਕੀਤੀ, ਉਹ ਆਪਣੇ ਤੇ ਖੁਸ਼ ਹੋ ਗਿਆ ਹੈ, ਤਰੁੱਠ ਗਿਆ ਹੈ। ਤੇ ਤਰੁੱਠ ਕਰਕੇ ਉਸ ਨੇ ਕਿਰਪਾ ਵਰਾਉਣੀ ਸ਼ੁਰੂ ਕਰ ਦਿੱਤੀ ਹੈ, ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਆ। ਪਹਿਲੀ ਕਿਰਪਾ ਸਾਨੂੰ ਮਾਨ ਸਜਾਮਾ ਦਿੱਤਾ, ਦੂਜੀ ਕਿਰਪਾ ਸਾਨੂੰ ਆਪਣੇ ਪਿਆਰਿਆਂ ਦੇ ਨੇੜੇ ਭੇਜਿਆ, ਨਾਮ ਜਪਣ ਵਾਲਿਆਂ ਦੇ ਵਿੱਚ ਵਾਸਾ ਦਿੱਤਾ, ਆਪਣੇ ਗੁਰਸਿੱਖਾਂ ਦੇ ਘਰੇ ਜਨਮ ਦਿੱਤਾ। ਇਹ ਵੀ ਵੱਡੀ ਕਿਰਪਾ ਹੈ ਉਸ ਦੀ। ਫਿਰ ਉਹਨਾਂ ਦੇ ਵਿੱਚੋਂ ਵੀ ਛਾਂਟ ਕਰਕੇ ਆਪਾਂ ਨੂੰ ਗੁਰੂ ਕੋਲ ਭੇਜਿਆ, ਇਹ ਵੀ ਉਹਦੀ ਵੱਡੀ ਕਿਰਪਾ ਹੈ। ਗੁਰੂ ਦੇ ਚਰਨ ਪ੍ਰਾਪਤ ਹੋਏ ਆਪਾਂ ਨੂੰ, ਇਹ ਵੱਡੀ ਕਿਰਪਾ ਹੈ ਉਸ ਦੀ। ਤੇ ਹੁਣ ਆਓ ਗੁਰੂ ਕੋਲੇ ਬੇਨਤੀ ਕਰੀਏ ਕਿ ਹੁਣ ਤੂੰ ਸਾਨੂੰ ਉਹਦੇ ਨਾਮ ਦੀ ਦਾਤ ਵੀ ਦੇ। ਤੇ ਜਦ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਤੇ ਅਸੀਂ ਉਹਨੂੰ ਜਪਣਾ ਕੀਤਾ, ਤੇ ਫਿਰ ਉਹ ਖੁਸ਼ ਹੋ ਗਿਆ। ਜਦੋਂ ਉਹਦੀ ਸਿਫਤ ਸਲਾਹ ਕੀਤੀ ਤੇ ਉਹ ਖੁਸ਼ ਹੋ ਗਿਆ, ਤੇ ਖੁਸ਼ ਹੋ ਕਰਕੇ ਉਸਨੇ ਫਿਰ ਆਪਣੀ ਹੋਰ ਕਿਰਪਾ ਕੀਤੀ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਤਾਂ ਔਗਣ ਹਾਰਿਆਂ 'ਤੇ ਵੀ ਗੁਣ ਕਰਦਾ ਹੈ, ਤੇ ਜਿਨ੍ਹਾਂ ਵਿੱਚ ਗੁਣ ਹੁੰਦੇ ਆ ਉਹਨਾਂ ਨੂੰ ਹੋਰ ਵੀ ਗੁਣਾਂ ਨਾਲ ਭਰਦਾ, ਸ਼ਰਸ਼ਾਰ ਕਰਦਾ, ਨਕੋ ਨੱਕ ਭਰ ਦਿੰਦਾ। ਇਸੇ ਤਰ੍ਹਾਂ ਹੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਅੱਜ ਵੇਖੋ ਉਹਨੇ ਕਿਰਪਾ ਕੀਤੀ। ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ। ਸਾਰੇ ਥਾਵਾਂ 'ਤੇ ਉਹਦੀ ਕਿਰਪਾ ਦਾ ਮੀਂਹ ਵਰਸ ਰਿਹਾ ਹੈ। ਦੀਨ ਦਿਆਲ ਸਦਾ ਕਿਰਪਾਲਾ, ਉਹ ਗਰੀਬਾਂ 'ਤੇ ਦਇਆ ਕਰਨ ਵਾਲਾ, ਦਿਆਲੂ ਕਿਰਪਾਲੂ। ਠਾਂਡ ਪਾਈ ਕਰਤਾਰੇ ਜੀਓ, ਉਸ ਕਰਤਾਰ ਨੇ ਜੋ ਕਰਤਾ ਪੁਰਖ ਹੈ। ਬੇਅੰਤ ਨਾਮ ਹੈ ਤੇ ਸਾਰੇ ਨਾਮਾਂ ਦਾ ਅਲੱਗ-ਅਲੱਗ ਅਰਥ ਹੈ ਕੰਮਾਂ ਦੇ ਮੁਤਾਬਕ। ਕਰਤਾਰ ਭਾਵ ਲਗਾਤਾਰ, ਕਰਤਾ ਪੁਰਖ ਕਰਨ ਵਾਲਾ। ਉਹ ਪਰਿਪੂਰਨ ਪਰਮੇਸ਼ਰ ਜੋ ਲਗਾਤਾਰ ਆਪਣੀ ਕਿਰਪਾ ਦਾ ਮੀਂਹ ਦੁਨੀਆ 'ਤੇ ਪਾ ਰਿਹਾ ਹੈ। ਜਿਨ੍ਹਾਂ ਦੇ ਹਿਰਦੇ ਰੂਪੀ ਘੜੇ ਸਿੱਧੇ ਹੁੰਦੇ ਆ ਉਹ ਭਰ ਜਾਂਦੇ ਆ, ਜਿਨ੍ਹਾਂ ਦੇ ਮੂਧੇ ਹੁੰਦੇ ਆ ਉਹ ਫਿਰ ਖਾਲੀ ਰਹਿ ਜਾਂਦੇ ਆ। ਤਾਂ ਸਿੱਧੇ ਕਰਨ ਦੇ ਲਈ ਸਾਨੂੰ ਗੁਰੂ ਦੀ ਲੋੜ ਹੈ। ਗੁਰੂ ਹੀ ਸਾਡੇ ਹਿਰਦੇ ਰੂਪੀ ਵਰਤਨ ਨੂੰ ਸਿੱਧਾ ਕਰਦਾ ਹੈ, ਭਾਵ ਪਰਮੇਸ਼ਰ ਵੱਲ ਸਾਡਾ ਮੂੰਹ ਕਰਦਾ ਹੈ, ਸਾਨੂੰ ਪਰਮੇਸ਼ਰ ਦੇ ਨਾਲ ਜੋੜਦਾ ਗੁਰੂ ਕਿਰਪਾ ਕਰਕੇ। ਜਿਸ ਤਰ੍ਹਾਂ ਪਪੀਹਾ ਹੈ ਨਾ, ਪਪੀਹੇ ਦੇ ਆਸੇ ਪਾਸੇ ਭਾਵੇਂ ਕਿੰਨਾ ਵੀ ਪਾਣੀ ਪਿਆ ਹੋਵੇ, ਨਦੀਆਂ ਸਮੁੰਦਰ ਸਰੋਵਰ ਭਰੇ ਪਏ ਹੋਣ, ਪਰ ਉੱਥੋਂ ਪਾਣੀ ਨਹੀਂ ਪੀ ਸਕਦਾ, ਕਿਉਂਕਿ ਜਿੱਥੋਂ ਉਹਦੇ ਅੰਦਰ ਪਾਣੀ ਜਾਣਾ ਹੈ ਉਹਦੀ ਚੁੰਝ ਵਿੱਚ ਨਹੀਂ, ਉਹਦੇ ਸਿਰ ਦੇ ਵਿੱਚ ਗਲੀ ਹੈ। ਤੇ ਸਿਰ ਦੇ ਵਿੱਚ ਉਹੀ ਬੂੰਦ ਪੈਣੀ ਹੈ ਜਿਹੜੀ ਉੱਪਰੋਂ ਡਿੱਗਣੀ ਹੈ, ਸਵੰਤੀ ਬੂੰਦ। ਫਿਰ ਉਹਦੇ ਨਾਲ ਉਹਦੀ ਪਿਆਸ ਬੁਝਣੀ ਹੈ। ਇਸੇ ਤਰ੍ਹਾਂ ਹੀ ਸਾਡਾ ਮੂੰਹ ਜਦ ਪਰਮੇਸ਼ਰ ਵੱਲ ਹੋਵੇਗਾ, ਸਾਡਾ ਮੁਖ ਜਦ ਪਰਮੇਸ਼ਰ ਵੱਲ ਹੋਵੇਗਾ, ਫਿਰ ਸਾਡੇ ਹਿਰਦੇ ਦੇ ਅੰਦਰ ਉਸ ਦੀ ਨਾਮ ਦੀ ਕਿਰਪਾ ਦੀ ਕਣੀ ਡਿੱਗਣੀ ਆ। ਤੇ ਜਦੋਂ ਉਹ ਕਿਰਪਾ ਦੀ ਕਣੀ ਸਾਡੇ ਅੰਦਰ ਚਲੀ ਗਈ ਤੇ ਸਾਡਾ ਜੀਵਨ, ਸਾਡਾ ਪ੍ਰਾਣ
ਉਹਦੇ ਨਾਲ ਸਫਨਾ ਹੋਣਾ। ਕਿਨਕਾ ਏਕ ਜੇ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨ ਆਵੈ। ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਓਨ ਸੰਗ ਮੋਹਿ ਉਧਾਰੋ। ਜਦੋਂ ਉਹ ਕਿਰਪਾ ਕਰਦਾ ਫਿਰ ਜੀਵ ਦਾ ਉਧਾਰ ਹੁੰਦਾ। ਮੇਰੇ ਪ੍ਰੀਤਮ ਜੀ ਕਹਿੰਦੇ, ਹੁਣ ਮੇਰੇ ਤੇ ਕਿਰਪਾ ਕੀਤੀ ਆ, ਹੁਣ ਸਾਡੇ ਤੇ ਕਿਰਪਾ ਕੀਤੀ ਆ, ਸਾਨੂੰ ਮਨੁੱਖ ਬਣਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਆਇਆ ਹੈ। ਮਾਲਕਾ, ਤੇਰੀ ਕਿਰਪਾ ਦੇ ਨਾਲ ਮੈਨੂੰ ਮਾਨਸ ਜਾਮਾ ਮਿਲਿਆ। ਹੁਣ ਕਿਰਪਾ ਕਰਕੇ ਦਰਸ਼ਨ ਦਿਓ, ਤਾਂ ਕਿ ਮੈਂ ਤੇਰੇ ਵਿੱਚ ਮਿਲ ਜਾਵਾਂ, ਮੇਰਾ ਜੀਵਨ ਸਫਲਾ ਹੋ ਜਾਵੇ। ਤੇ ਜਿਸ ਵੇਲੇ ਇਹ ਮਨੁੱਖ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਤੇ ਫਿਰ ਗੁਰੂ ਕਿਰਪਾ ਕਰਕੇ ਕਰਤਾਰ ਨਾਲ, ਪਰਮੇਸ਼ਰ ਨਾਲ, ਕਰਤੇ ਪੁਰਖ ਨਾਲ ਜੋੜਦਾ ਹੈ। ਕਰਤੇ ਪੁਰਖ ਵੱਲ ਇਹਦਾ ਮੂੰਹ ਕਰਦਾ ਹੈ, ਭਾਵ ਇਸ ਨੂੰ ਉਸ ਦੇ ਬਾਰੇ ਜਾਣਕਾਰੀ ਦਿੰਦਾ ਹੈ, ਗਿਆਨ ਦਿੰਦਾ ਹੈ, ਕਿਰਪਾ ਦ੍ਰਿਸ਼ਟੀ ਕਰਦਾ ਹੈ। ਨਾਨਕ ਨਦਰੀ ਨਦਰ ਨਿਹਾਲ ਕਰਦਾ ਜਦੋਂ, ਫਿਰ ਇਸ ਦਾ ਮੁੱਖ ਜਿਹੜਾ ਪਰਮੇਸ਼ਰ ਵੱਲ ਹੁੰਦਾ ਹੈ, ਅਤੇ ਪਰਮੇਸ਼ਰ ਦੀ ਨਾਮ ਦੀ ਮਹਿਮਾ ਜਿਹੜੀ ਹੈ ਇਹਦੇ ਮੁੱਖ ਵਿੱਚ ਪੈਂਦੀ ਆ। ਭਾਵ ਦੇਖੋ, ਅਸੀਂ ਵਾਹਿਗੁਰੂ ਵੀ ਵੱਡੇ ਭਾਗਾਂ ਨਾਲ ਹੀ ਕਹਿ ਸਕਦੇ ਹਾਂ। ਹਸਪਤਾਲਾਂ ਦੇ ਵਿੱਚ ਮਨੁੱਖ ਬਿਲਕਦਾ ਹੋਇਆ ਹਾਏ ਹਾਏ ਤਾਂ ਕਰ ਸਕਦਾ, ਪਰ ਵਾਹਿਗੁਰੂ ਕੋਈ ਕੋਈ ਕਹਿੰਦਾ। ਉਹਦਾ ਸ਼ੁਕਰੀਆ ਕੋਈ ਕਰਦਾ, ਧੰਨਵਾਦ ਕੋਈ ਕਰਦਾ ਨਹੀਂ, ਤਾਂ ਸਾਰੇ ਦੁੱਖਾਂ ਨੂੰ ਲੈ ਕੇ ਹਾਏ ਹਾਏ ਤਾਂ ਕਰ ਸਕਦੇ ਆ, ਵਾਹਿਗੁਰੂ ਕਹਿਣਾ ਮੁਸ਼ਕਲ ਹੈ। ਮੁੱਖ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਨਿਕਲਣਾ ਬੜਾ ਮੁਸ਼ਕਲ ਹੈ। ਨਾਮ ਜਪਣਾ ਬੰਦੇ ਨੂੰ ਬੜਾ ਔਖਾ ਜਿਹਾ ਲੱਗਦਾ। ਇਸ ਕਰਕੇ ਜਦੋਂ ਗੁਰੂ ਕਿਰਪਾ ਕਰਦਾ, ਫਿਰ ਇਹਦੇ ਮੂੰਹ 'ਚੋਂ ਪਰਮੇਸ਼ਰ ਦਾ ਨਾਮ ਨਿਕਲਦਾ। ਪੂਰਬ ਕਰਮ ਅੰਕਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਅਤੇ ਕਦੋਂ ਮਿਲਦੇ ਆ ਰੱਬ ਦੇ ਪਿਆਰੇ? ਜਦੋਂ ਪੂਰਬਲੇ ਚੰਗੇ ਕਰਮ ਉਗੜਦੇ ਆ, ਜਦੋਂ ਪੂਰਬਲੇ ਚੰਗੇ ਕਰਮ ਪ੍ਰਗਟ ਹੁੰਦੇ ਆ, ਫਿਰ ਸਾਡੇ ਅੰਦਰ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਦੇਣ ਦੇ ਲਈ ਉਹ ਪਰਮੇਸ਼ਰ ਦੇ ਪਿਆਰੇ ਮਿਲਦੇ ਆ। ਅਤੇ ਜਨਮਾਂ ਜਨਮਾਂ ਦੀ ਸੁੱਤੀ ਹੋਈ ਸਾਡੀ ਆਤਮਾ ਜਾਗ ਪੈਂਦੀ ਆ, ਅਤੇ ਜਾਗ ਕਰਕੇ ਫਿਰ ਮਾਲਕ ਦਾ ਨਾਮ ਜਪਦੀ ਆ। ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਹੈ ਸਾਡੀ ਆਤਮਾ, ਫਿਰ ਜਾਗਦੀ ਆ, ਅਤੇ ਜਾਗ ਕਰਕੇ ਪਰਮੇਸ਼ਰ ਨਾਲ ਜੁੜਦੀ ਆ। ਤਾਈਓ ਸਤਿਗੁਰੂ ਜਗਾਉਂਦੇ ਆ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਇੱਕ ਜਾਗਣਾ ਹੈ ਰਾਤ ਦੀ ਨੀਂਦ 'ਚੋਂ, ਜਿਹੜੇ ਆਪਾਂ ਹੁਣ ਅੰਮ੍ਰਿਤ ਵੇਲੇ ਉੱਠੇ ਉਹਨੂੰ ਵੀ ਜਾਗਣਾ ਕਹਿੰਦੇ ਆ। ਪਰ ਇੱਥੇ ਜਿਹੜਾ ਸੁੱਤਾ ਹੋਇਆ ਮਨੁੱਖ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਹੋਇਆ, ਲੰਬੇ ਸਮੇਂ ਤੋਂ ਅਗਿਆਨਤਾ ਦੀ ਨੀਂਦ ਵਿੱਚ ਸੌਣ ਕਰਕੇ ਇਹ ਜਾਗ ਨਹੀਂ ਰਿਹਾ। ਭਾਵੇਂ ਕਿ ਦੇਖਣ ਨੂੰ ਲੱਗਦਾ ਕਿ ਜਾਗਦਾ ਫਿਰਦਾ ਹੈ, ਪਰ ਸੁਚੇਤ ਨਹੀਂ ਹੈ ਪਰਮੇਸ਼ਰ ਵੱਲ। ਉਧਰ ਨੂੰ ਨਹੀਂ ਜਾਗਿਆ, ਉਧਰ ਨੂੰ ਮੂੰਹ ਨਹੀਂ ਕੀਤਾ ਇਸ ਨੇ, ਗੁਰੂ ਘਰ ਵੱਲ ਮੂੰਹ ਨਹੀਂ ਹੁੰਦਾ ਇਸ ਦਾ। ਤਾਂ ਨੌਵੇਂ ਪ੍ਰੀਤਮ ਕਹਿੰਦੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਜਿਹੜਾ ਸਰੀਰ ਤੈਨੂੰ ਪਰਮੇਸ਼ਰ ਨੇ ਦਿੱਤਾ, ਇਹ ਸਰੀਰ ਵੀ ਤੇਰੇ ਨਾਲ ਨਹੀਂ ਜਾਣਾ। ਤੂੰ ਕਿਆ ਮੋਹ ਮਮਤਾ ਵਿੱਚ ਫਸਿਆ ਹੋਇਆ। ਸੁਚੇਤ ਹੋ, ਜਾਗ, ਆਪਣੇ ਕੰਮ ਨੂੰ ਸਮਝ। ਜਿਸ ਕੰਮ ਲਈ ਆਇਆ ਉਹ ਕੰਮ ਵੀ ਕਰ ਲੈ। ਭਈ ਪ੍ਰਾਪਤ ਬਾ ਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕੰਮ ਵੀ ਤਾਂ ਕਰ ਲੈਣਾ। ਜਾਗ ਪਾ, ਜਾਗ ਲਿਹੋ ਰੇ ਮਨਾ ਜਾਗਣ ਹਾਰੇ। ਉਹ ਜਾਗਣ ਵਾਲਿਆ ਜਾਗ ਪੈ, ਤਾਂ ਕਿ ਤੇਰਾ ਜਿਹੜਾ ਕਾਰਜ ਹੈ ਉਹ ਪੂਰਾ ਹੋ ਸਕੇ। ਇਸ ਕਰਕੇ ਸਤਿਗੁਰੂ ਸਾਨੂੰ ਜਗਾਉਂਦੇ ਨੇ। ਅਤੇ ਜਿਹੜਾ ਸਤਿਗੁਰਾਂ ਦਾ ਜਗਾਉਣਾ ਹੈ, ਉਹ ਜਗਾਉਣ ਦਾ ਮਤਲਬ ਕੀ ਹੈ? ਉੱਠ ਕੇ ਪਰਮੇਸ਼ਰ ਨਾਲ ਜੁੜਨਾ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਲਾਗਣਾ ਲਾਗਣ ਨੀਕਾ, ਗੁਰ ਚਰਨੀ ਮਨ ਲਾਗਣਾ। ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ।
इस तरह गुरु प्यारिओ गुरु की शरण विच आके गुरु वाले बन के इधर सुचेत होके नाम जपना, इनू कहंदे आ जागना। सतगुरु पातशाह कहंदे जदों असीं इकत्तर होके परमेश्वर का नाम जपना कीता, कल आवाज़ मारी सतगुरु अर्जन देव जी ने, आओ साजन संत मीत प्यारे, मिल गावे गुण अगम अपारे। आओ इकट्ठे होके उहदे गुण गाइए। तो जदों फिर गुण गाउने कीते, दयाल होया परमेश्वर, त्रुठिया। तो जब त्रुठदा खुश हुंदा, फिर ये नहीं पता सिख नूं की कुछ दे देवे। पातशाह कहंदे भए किरपाल गोबिंद गुसाई, जदों खुश होया किरपाल होया, दया दे घर च आया, मेघ वरसै सबनी थाई, उन्हें सारी दुनिया ते मींह भरा दिता। जिस तरह ये धरती बिलक रही सी, कुरला रही सी धरती दे जीव, मौके दियां जालम सरकारां करके तड़फ रहे सी। जिवें अज दा हालत मैं देख रहा भारत दी, थां थां ते मुजाहरे हड़तालां हो रही हैं। यही तो जीवां दा तड़फना है। पिछले 8-10 महीनों तो किसान दिल्ली दे किनारियां ते बैठे तड़फ रहे हैं। मौके दियां सरकारां जदों तड़फाउंदियां जीवां नूं, जदों राजे बघियाड़ बन जाते आ, राजे शिही मुकदम कुत्ते, जाए जगायन बैठे सुत्ते। जदों ये सरकारी लोग लालची कुत्तियां दा, खूंखार जानवरां दा रूप धार जाते हैं। दिसण नूं बंदे हुंदे आ, पर कुत्तियां दा, बघियाड़ां दा, शेरां दा रूप धार के जनता नूं ही खाण नूं पै जाते हैं, हल्के कुत्ते की तरह। जिवें हल्का कुत्ता आपदे ही मालक नूं वढ जांदा, फिर इसे तरह ही जिस वेले अकाल पुरख ने धरती दे उत्ते ये हालत वेखी दुनिया दी, हाऊ करलाट सुनिया अकाल पुरख ने, जीव तड़फदे वेखे, मौके दियां सरकारां दे तड़फाए होए। फिर उस अकाल पुरख दे मन विच दया आई। जिवें किसी दुखी नूं देख के साडे मन च दया आउंदी आ, इउं परमेश्वर दे हिरदे विच दया आई भी इन्हां जीवां नूं तड़फाया होया, इन्हां नूं सुख दईए। उस वेले फिर परमेश्वर ने ख्याल किया, जदों सुनी पुकार दातार पव, गुरु नानक जग माहे पठाया। पठाया मतलब भेजिया। भाव अकाल पुरख ने अपना दूसरा रूप गुरु नानक दा धारण किया ते उन्हां नूं मात लोक विच जीवां नूं सुख देण लई भेजिया। अपनी साजी हुई सृष्टि की संभाल करदियां होइयां परमेश्वर ने फिर जीवां नूं सुख देण लई आप नारायण कला धार जग मैं परवरियो, निरंकार आकार जोत जग मंडल करियो। उस परमेश्वर नूं दया आई जीवां दे बिलकण ते। मौके दियां सरकारां दा जुल्म देख के, मौके दियां सरकारां दा वतीरा देख के आप गुरु नानक बन के दुनिया विच आया। सुनी पुकार दातार प्रभ, गुरु नानक जग माहे पठाया। उस वेले जदों फिर गुरु नानक देव जी दुनिया विच प्रगट होए ते आप जी उन्हां दे जीवन तो चंगी तरह जाणू। बेअंत साखियां इतिहास दियां आपां सरवण करदे हां, जिन्हां दे विचों उन्हां ने आ करके गुरु प्यारिओ मात लोक दे जीवां नूं सुख देने कीते। जिस वेले जीवां दा बिलकना सुनिया, जीवां दे दुख सुने, उस वेले दियां मौके दियां सरकारां ने, मुगलों ने, उस तो पहला हरनाक्ष वर्गिया ने, इस तरह ही गुरु प्यारिओ जिमें मिंद्रावन मथे दे विच राजा कंस होया, उन्हां ने समय समय ते जदों जीवां नूं दुख दिते ते उस वेले फिर परिपूर्ण परमेश्वर परमात्मा जिहड़ा है वो प्रगट होया
ਦੁਨੀਆ ਦੇ ਵਿੱਚ ਆਇਆ ਅਤੇ ਨਾਨਕ ਦਾ ਰੂਪ ਧਾਰ ਕਰਕੇ ਫਿਰ ਉਹਨਾਂ ਨੇ 4 ਉਦਾਸੀਆਂ ਲਾਈਆਂ। ਸਾਰੇ ਸੰਸਾਰ ਨੂੰ ਦੇਖਣਾ ਕੀਤਾ, ਜਿਵੇਂ ਜ਼ਿਮੀਂਦਾਰ ਖੇਤਾਂ ਵਿੱਚ ਜਾ ਕੇ ਆਪਣੇ ਖੇਤਾਂ ਦੀਆਂ ਵੱਟਾਂ 'ਤੇ ਘੁੰਮ ਕੇ ਫਸਲ ਦੀ ਨਿਗਰਾਨੀ ਕਰਦਾ, ਫਸਲ ਨੂੰ ਦੇਖਦਾ, ਅਵਾਰਾ ਪਸ਼ੂਆਂ ਨੂੰ ਫਸਲ 'ਚੋਂ ਕੱਢਦਾ ਔਰ ਫਸਲ ਵਿੱਚ ਉੱਗਿਆ ਹੋਇਆ ਘਾਹ ਫੂਸ ਉਸ ਨੂੰ ਪੱਟਦਾ, ਜਿਹੜਾ ਫਸਲ ਦੀ ਖੁਰਾਕ ਨੂੰ ਖਾ ਰਿਹਾ ਹੈ। ਇਸੇ ਤਰ੍ਹਾਂ ਹੀ ਸਾਡੇ ਬਾਹਰ ਜ਼ੁਲਮੀ ਰਾਜੇ ਪੈਦਾ ਹੋ ਗਏ, ਜ਼ੁਲਮੀ ਸਰਕਾਰਾਂ ਪੈਦਾ ਹੋ ਗਈਆਂ, ਅਤੇ ਸਾਡੇ ਅੰਦਰ ਘਾਹ ਫੂਸ ਦੀ ਨਿਆਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਪੈਦਾ ਹੋ ਗਏ, ਜਿਹੜੇ ਸਾਡੀ ਭਗਤੀ ਦੀ ਫਸਲ ਨੂੰ ਖਾ ਰਹੇ ਸੀ। ਤਾਂ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਫਿਰ ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖਿਆ ਸੁਣੀ, ਗੁਰੂ ਨਾਨਕ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਸਰਵਣ ਕੀਤਾ, ਜਿਨ੍ਹਾਂ ਨੇ ਉਸ 'ਤੇ ਚੱਲਣ ਲਈ ਬੇਨਤੀ ਕੀਤੀ ਪਾਤਸ਼ਾਹ ਅੱਗੇ, ਅਤੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਫਿਰ ਜਿੱਥੇ ਉਸ ਵੇਲੇ ਅੱਜ ਵੀ ਮਨੁੱਖ ਆਪਣੇ ਦਿਮਾਗ ਨੂੰ ਵੱਡਾ ਸਮਝਦਾ ਹੈ, ਉਦੋਂ ਵੀ ਲੋਕ ਦਿਮਾਗ ਨੂੰ ਵੱਡਾ ਸਮਝਦੇ ਸੀ, ਪਰ ਬਾਬਾ ਜੀ ਕਹਿੰਦੇ ਨਹੀਂ, ਇਹ ਦਿਮਾਗ ਤਾਂ ਵੱਡਾ ਹੈ ਜੇ ਪੈਰਾਂ ਉੱਤੇ ਲੱਗਦਾ ਹੋਵੇ, ਜੇ ਨਿਮਰਤਾ ਰੱਖੇ। ਮਤਲਬ ਨਿਮਰਤਾ ਵਾਲਾ ਹੀ ਕਿਸੇ ਦੇ ਚਰਨੀ ਨਮਸਕਾਰ ਕਰਦਾ, ਗੁਰੂ ਦੇ ਚਰਨੀ ਪੈਂਦਾ, ਨਿਮਰਤਾ ਵਾਲਾ ਹੀ ਪੈਂਦਾ, ਹੋਰ ਤਾਂ ਨਹੀਂ ਕੋਈ ਪੈਂਦਾ ਨਾ। ਤਾਂ ਜਿੱਥੇ ਲੋਕ ਦਿਮਾਗ ਨੂੰ ਵੱਡਾ ਸਮਝਦੇ ਸੀ, ਉੱਥੇ ਸਤਿਗੁਰ ਨੇ ਚਰਨਾਂ ਦੀ ਅਹਿਮੀਅਤ ਦੱਸੀ, ਪੈਰਾਂ ਦੀ ਅਹਿਮੀਅਤ ਦੱਸੀ ਕਿ ਪੈਰ ਹੀ ਤਾਂ ਮਨੁੱਖ ਨੂੰ ਸਾਰੇ ਪਾਸੇ ਲੈ ਕੇ ਜਾਂਦੇ ਹੈ, ਸਾਰੇ ਸਰੀਰ ਦਾ ਭਾਰ ਚੱਕੀ ਫਿਰਦੇ ਆ, ਇਹ ਪੈਰ ਹੀ ਹਨ। ਅਤੇ ਸਤਿਗੁਰਾਂ ਨੇ ਇਹ ਪੈਰ ਧੋ ਕੇ, ਚਰਨ ਧੋ ਕੇ ਸਿੱਖਾਂ ਨੂੰ ਨਾਮ ਦੀ ਦਾਤ, ਪਰਮੇਸ਼ਰ ਦਾ ਗਿਆਨ ਦੇਣਾ ਕੀਤਾ। ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਰਹਿ ਰਾਸ ਪਰਮੇਸ਼ਰ ਦੀ ਸਿਫਤ ਸਲਾਹ, ਜੋ ਕਿ ਸਾਡੀ ਪੂੰਜੀ ਆ। ਇੱਕ ਯਾਤਰਾ ਅਸੀਂ ਦੁਨੀਆ ਵਿੱਚ ਕਰਦੇ ਹਾਂ, ਉਦੋਂ ਸਾਡੇ ਕੋਲੇ ਪੈਸਾ ਰੂਪ ਦੇ ਵਿੱਚ ਪੂੰਜੀ ਹੁੰਦੀ ਆ, ਰੁਪਈਆਂ ਦੇ ਵਿੱਚ ਹੁੰਦੀ ਆ। ਇੱਕ ਯਾਤਰਾ ਕੱਲ੍ਹ ਨੂੰ ਅਸੀਂ ਸੰਸਾਰ ਨੂੰ ਛੱਡ ਕੇ ਕਰਨੀ ਆ, ਸਰੀਰ ਇੱਥੇ ਰਹਿ ਜਾਣਾ, ਕੁੜਤੇ ਨੂੰ ਲੱਗੀਆਂ ਜੇਬਾਂ ਵੀ ਇੱਥੇ ਰਹਿ ਜਾਣੀਆਂ, ਅਤੇ ਨਾਲ ਤਾਂ ਕੁਛ ਵੀ ਨਹੀਂ ਜਾਣਾ, ਇਕੱਲੇ ਜੀਵ ਆਤਮੇ ਨੇ ਜਾਣਾ। ਉਸ ਵੇਲੇ ਇਹ ਜੀਵ ਆਤਮਾ ਦੇ ਨਾਲ ਜੋ ਜਾਣਾ, ਉਹ ਹੈ ਸਾਡੀ ਅਸਲੀ ਪੂੰਜੀ। ਹਰ ਕੀਰਤ ਰਹਿ ਰਾਸ ਹਮਾਰੀ। ਜਦੋਂ ਅਕਾਲ ਪੁਰਖ ਨੇ ਦੁਨੀਆ ਦਾ ਬਿਲਕਣਾ ਸੁਣਿਆ, ਅਤੇ ਮਾਤ ਲੋਕ ਵਿੱਚ ਆ ਕੇ ਲੋਕਾਂ ਨੂੰ ਹਰੀ ਦੇ ਨਾਮ ਦੀ ਪੂੰਜੀ ਦਿੱਤੀ। ਗਰੀਬੀ ਕਰਕੇ ਵੀ ਕਈ ਦੁਖੀ ਆ, ਕਈ ਸਰਕਾਰਾਂ ਦੇ ਜ਼ੁਲਮ ਕਰਕੇ ਦੁਖੀ ਆ, ਅਤੇ ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਗੁਰੂ ਨਾਨਕ ਜਗ ਮਾਹੇ ਪਠਾਏ। ਕੀ ਵੇਖਿਆ ਆ ਕੇ ਸਤਿਗੁਰ ਨੇ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸੇ ਆਈ। ਆ ਜਿਵੇਂ ਗਰਮੀ ਦੇ ਵਿੱਚ ਅਸੀਂ ਕਹਿੰਦੇ ਹਾਂ ਬੜੀ ਗਰਮੀ ਆ, ਬੜੀ ਗਰਮੀ ਆ, ਮਰ ਗਏ ਸਾਰੇ ਜੀਵ ਤੜਫ ਉੱਠਦੇ ਆ, ਪਸ਼ੂ ਪੰਛੀ ਵੀ ਤੜਫ ਜਾਂਦੇ ਆ, ਅਤੇ ਫਿਰ ਉਦੋਂ ਕੀ ਹੁੰਦਾ ਹੈ, ਮੇਘ ਵਰਸੈ ਸਭਨੀ ਥਾਈਂ, ਫਿਰ ਮੀਂਹ ਪੈਂਦਾ। ਅਤੇ ਮੀਂਹ ਦੇ ਨਾਲ ਕੀ ਹੁੰਦੀ ਹੈ, ਗਰਮੀ ਨੂੰ ਸ਼ਾਂਤੀ ਮਿਲ ਜਾਂਦੀ ਹੈ। ਦੀਨ ਦਿਆਲ ਸਦਾ ਕਿਰਪਾਲਾ, ਠੰਡ ਪਾਈ ਕਰਤਾਰੇ ਜੀਓ। ਉਹ ਠੰਡ ਦੇਣ ਵਾਸਤੇ ਫਿਰ ਗੁਰੂ ਨਾਨਕ ਆਇਆ। ਜੋ ਦੁਨੀਆ ਤੜਫ ਰਹੀ ਸੀ, ਜ਼ੁਲਮਾਂ ਦੀ ਤੜਫਾਈ ਹੋਈ ਤੜਫ ਰਹੀ ਸੀ ਜਿਹੜੀ ਦੁਨੀਆ, ਤੇ ਪਰਮੇਸ਼ਰ ਨੇ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸੇ ਆਈ, ਚੱਲਿਆ ਸੋਧਣ ਧਰਤ ਲੁਕਾਈ। ਸਿੱਧ ਆਖਣ ਸਭ ਜਗਤ ਦੇ ਧਨ ਨਾਨਕ ਤੇਰੀ ਵੱਡੀ ਕਮਾਈ। ਵੱਡੀ ਕਮਾਈ ਤਾਂ ਉਹ ਖੁਦ ਮਾਲਕ ਹੈ, ਉਹਦੀ ਤਾਂ ਵੱਡੀ ਕਮਾਈ ਹੈ ਹੀ, ਉਹ ਤਾਂ ਖੁਦ ਵੱਡਾ ਹੈ, ਅਤੇ ਸਾਰੀਆਂ ਹੀ ਸ਼ਕਤੀਆਂ ਲੈ ਕੇ ਆ ਗਿਆ ਦੁਨੀਆ ਦੇ ਵਿੱਚ, ਸਾਰੀਆਂ ਪਾਵਰਾਂ ਲੈ ਕੇ ਆ ਗਿਆ। ਕਿੱਥੇ ਕਰਾਮਾਤ ਦਾ ਗੋਲਾ ਵੀ ਚਲਾਇਆ, ਅਤੇ ਕਿਤੇ ਗਿਆਨ ਦੇ ਗੋਲੇ ਵੀ ਚਲਾਏ ਆ। ਗਿਆਨ ਦੇ ਗੋਲਿਆਂ ਨਾਲ ਵੀ ਸਮਝਾਉਣਾ ਕੀਤਾ।
ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਜਿੱਥੇ ਉਸ ਵੇਲੇ ਮੌਕੇ ਦੇ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਰੱਬ ਦੇ ਅਨੇਕਾਂ ਰੂਪ ਬਣਾ ਦਿੱਤੇ। ਕੋਈ ਪੂਜੈ ਸਿਲਾ ਤੀਰਥ ਕੋਈ ਬਨਵਾਸਾ, ਕੋਈ ਪੱਥਰਾਂ ਨੂੰ ਪੂਜ ਰਿਹਾ ਸੀ, ਕੋਈ ਤੀਰਥਾਂ ਦਾ ਰਟਨ ਕਰ ਰਿਹਾ ਸੀ, ਕੋਈ ਜੰਗਲਾਂ ਵਿੱਚ ਜਾ ਕੇ ਬਹਿ ਗਿਆ। ਇਹ ਧਰਮ ਦੇ ਮੁਖੀਆਂ ਨੂੰ ਵੀ ਅਕਲ ਨਾ ਆਈ ਤੇ ਜਨਤਾ ਨੂੰ ਪੁੱਠੇ ਰਾਹ ਪਾਤਾ। ਬ੍ਰਾਹਮਣ ਨਾਵੇ ਜੀਆਂ ਘਾਏ, ਬਲਕਿ ਧਰਮ ਦੇ ਮੁਖੀ ਵੀ ਸਵਾਰਥੀ ਹੋ ਗਏ, ਵਿਕਣੇ ਸ਼ੁਰੂ ਹੋ ਗਏ ਮਾਇਆ ਦੇ ਪਿੱਛੇ। ਮਾਇਆ ਦੀ ਪ੍ਰਾਪਤੀ ਵਾਸਤੇ ਲੋਕਾਂ ਨੂੰ ਅਨੇਕਾਂ ਤਰ੍ਹਾਂ ਦੇ ਪੁੱਠੇ ਸਿੱਧੇ ਕਰਮ ਕਾਂਡਾਂ 'ਚ ਪਾਉਣ ਲੱਗੇ, ਆਪਣਾ ਸਵਾਰਥ ਪੂਰਾ ਕਰਨ ਵਾਸਤੇ। ਬ੍ਰਾਹਮਣ ਨਾਵੇ ਜੀਆਂ ਘਾਏ, ਕਾਜੀ ਹੋਏ ਰਿਸ਼ਵਤੀ, ਤੇ ਜਿਹੜੀਆਂ ਸਰਕਾਰਾਂ ਸੀ ਉਹ ਰਿਸ਼ਵਤੀ ਹੋ ਗਈਆਂ। ਵੱਡੀ ਲੈ ਕੇ ਹੱਕ ਗਵਾਏ। ਤੇ ਤੀਜਾ ਸੀਗਾ ਪੰਥ ਉਸ ਵੇਲੇ ਜੋਗੀਆਂ ਦਾ, ਤੇ ਜੋਗੀ ਵੀ ਕਹਿੰਦੇ ਸੀ ਅਸੀਂ ਤੁਹਾਨੂੰ ਰੱਬ ਦੇ ਰਸਤੇ ਪਾਵਾਂਗੇ, ਉਹ ਵੀ ਦੁਨੀਆ ਨੂੰ ਲੁੱਟਣ ਤੇ ਹੋ ਗਏ। ਉਹਨਾਂ ਨੂੰ ਵੀ ਅਸਲੀ ਜੁਗਤ ਦਾ ਨਹੀਂ ਸੀ ਪਤਾ। ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤਿੰਨੇ ਹੀ ਸੰਸਾਰ ਨੂੰ ਉਜਾੜਨ ਤੇ ਲੱਗ ਗਏ। ਉਸ ਵੇਲੇ ਫਿਰ ਭਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਉਸ ਵੇਲੇ ਕਰਤਾਰ ਨੇ ਫਿਰ ਗੁਰੂ ਨਾਨਕ ਦਾ ਰੂਪ ਧਾਰ ਕੇ ਆਉਣਾ ਕੀਤਾ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਨੇ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਉਹਨਾਂ ਨੇ ਪਰਮੇਸ਼ਰ ਦਾ ਇੱਕ ਰੂਪ ਦੱਸਿਆ, ਇੱਕ ਓਅੰਕਾਰ, ਜਿਨ੍ਹਾਂ ਨੂੰ ਤੁਸੀਂ ਤਿੰਨ ਕਹਿਣੇ ਹੋ। ਊੜੇ ਦਾ ਮਤਲਬ ਇਹਨਾਂ ਨੇ ਤਿੰਨ ਬਣਾਇਆ, ਬਰਮਾ ਵਿਸ਼ਨੂੰ ਤੇ ਮਹੇਸ਼। ਊੜੇ ਦੇ ਤਿੰਨ ਖਾਨੇ ਆ। ਕਹਿੰਦੇ ਤਿੰਨ ਰੱਬ ਹਨ, ਤਿੰਨ ਦੇਵਤੇ ਇਹ ਦੁਨੀਆ ਨੂੰ ਚਲਾਉਂਦੇ ਐ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ, ਪੂਰੇ ਏਕਾ ਲਾ ਕੇ ਕਹਿੰਦੇ ਇੱਕ ਹੈ। ਉਹ ਹਸਤੀ ਇੱਕੋ ਹੀ ਆ ਜਿਹੜੀ ਸ੍ਰਿਸ਼ਟੀ ਨੂੰ ਚਲਾ ਰਹੀ ਆ। ਇਹ ਸਭ ਉਹਦੇ ਕਰਿੰਦੇ ਐ, ਇਹ ਉਹਦੇ ਰੱਖੇ ਹੋਏ ਕਾਮੇ ਹਨ, ਉਹਦੇ ਹੁਕਮ ਦੇ ਅੰਦਰ ਚੱਲਦੇ ਐ। ਮੀਂਹ ਵੀ ਉਹਦੇ ਹੁਕਮ ਦੇ ਅੰਦਰ ਪੈਂਦਾ। ਜਦੋਂ ਪਪੀਹੇ ਨੇ ਪੁਕਾਰ ਕੀਤੀ, ਮੇਘਾ ਨੋ ਫਰਮਾਨ ਹੋਆ, ਵਰਸੋ ਕਿਰਪਾ ਧਾਰ। ਇਹ ਦੁਖੀ ਹੋ ਰਹੇ ਐ, ਇਹਨੂੰ ਮੀਂਹ ਵਰਾ ਦਿਓ। ਕੋ ਸਤਨਾਮ। ਫਰਮਾਨ ਕਿਹਦਾ ਹੋਵੇਗਾ? ਮਾਲਕ ਦਾ ਹੀ ਹੋਵੇਗਾ, ਜਿਹਦਾ ਹੁਕਮ ਚੱਲਦਾ ਹੈ। ਤੇ ਉਸ ਮੇਘ ਨੂੰ, ਭਾਵ ਮੀਂਹ ਨੂੰ ਹੁਕਮ ਆਇਆ ਕਿ ਤੂੰ ਪੈ ਜਾ, ਧਰਤੀ ਬਹੁਤ ਦੁਖੀ ਹੈ। ਤੇ ਨਾਨਕ ਜੀ ਨੂੰ ਭੇਜਿਆ, ਕਹਿੰਦੇ ਜਾ ਮੀਂਹ ਵਾਂਗੂ ਵਰ ਜਾ, ਇਹਨਾਂ ਦੇ ਉੱਤੇ ਸ਼ਾਂਤੀ ਦੇ ਜਾ ਕੇ। ਤਾਂ ਸਤਿਗੁਰਾਂ ਨੇ ਮਾਤਲੋਕ ਵਿੱਚ ਆ ਕੇ ਰੱਬ ਦਾ ਇੱਕ ਰੂਪ ਦਿਖਾਇਆ। ਕਹਿੰਦੇ ਰੱਬ ਇੰਨੇ ਨਹੀਂ ਜਿੰਨੇ ਤੁਸੀਂ ਬਣਾਏ ਹੋਏ ਆ। ਕਾਹੂ ਲੈ ਪਾਹਣ ਪੋਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ। ਕੋਈ ਕਹਿੰਦਾ ਸਾਡਾ ਰੱਬ ਚੜ੍ਹਦੇ ਕੰਨੀ ਹੈ, ਕੋਈ ਕਹਿੰਦਾ ਸਾਡਾ ਰੱਬ ਛਿਪਦੇ ਕੰਨੀ ਹੈ। ਕਾਹੂ ਪਛਾ ਕੋ ਸੀਸ ਨਿਵਾਇਓ। ਸਵਈਆਂ ਦੇ ਵਿੱਚ ਪਖੰਡਾਂ ਦਾ ਵੀ ਭਾਂਡਾ ਭੰਨਿਆ। ਕੋ ਬੁਤਾਨ ਕੋ ਪੂਜਿਤ ਹੈ, ਬਸ ਕੋਈ ਬੁੱਤਾਂ ਨੂੰ ਪੂਜੀ ਜਾਂਦਾ। ਕੋ ਮਿਰਤਾਨ ਕੋ ਪੂਜਨ ਧਾਇਓ, ਕੋਈ ਮਰਿਆ ਹੋਇਆਂ ਨੂੰ ਪੂਜੀ ਜਾਂਦਾ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹਨਾਂ ਲੋਕਾਂ ਨੇ ਝੂਠੀਆਂ ਕਿਰਿਆਵਾਂ ਦੇ ਵਿੱਚ ਉਲਝਣਾ ਕੀਤਾ, ਅਸਲੀ ਪਰਮੇਸ਼ਰ ਦੀ ਸਮਝ ਨਹੀਂ ਆਈ। ਤੇ ਬਾਬੇ ਨਾਨਕ ਨੇ ਆ ਕੇ ਦੱਸਣਾ ਕੀਤਾ। ਜਿੱਥੇ ਜਿੱਥੇ ਨੁਕ ਸੀ ਉੱਥੇ ਜਾ ਕੇ ਉਹਨਾਂ ਦੇ ਬਾਬਰ ਵਰਗਿਆਂ ਨੂੰ ਜਾਬਰ ਉਹਨਾਂ ਦੇ ਮੂੰਹ 'ਤੇ ਕਿਹਾ, ਧਰਮੀਆਂ ਨੂੰ ਉਹਨਾਂ ਦੇ ਮੂੰਹ 'ਤੇ ਰੋਕਿਆ, ਜੋਗੀਆਂ ਨੂੰ ਉਹਨਾਂ ਦੇ ਮੂੰਹ 'ਤੇ ਟੋਕਿਆ ਵੀ ਤੁਸੀਂ ਗਲਤ ਚੱਲ ਰਹੇ ਹੋ। ਤੁਸੀਂ ਸੰਸਾਰ ਦਾ ਚੱਲਦਾ ਹੋਇਆ ਕਾਰਜ ਜਿਹੜਾ ਸੀਗਾ ਉਹ ਖਰਾਬ ਕੀਤਾ। ਲੋਕਾਂ ਦੇ ਕੰਨ ਪਾੜ ਕੇ ਬਗਲੀਆਂ ਚਕਾਤੀਆਂ ਮੰਗਣ ਤੌਰ 'ਤੇ। ਤੁਹਾਡੇ ਨਾਲ ਤਾਂ ਗ੍ਰਸਤੀ ਚੰਗੇ ਆ ਜਿਨ੍ਹਾਂ ਦੇ ਘਰੋਂ ਤੁਸੀਂ ਮੰਗਣ ਜਾਂਦੇ ਹੋ। ਦਾਤਾ ਇਹ ਨਾ ਆਖੀ ਹੈ ਜੋ ਮੰਗਣ ਜਾਏ। ਦਾਤਾ ਕੌਣ ਹੈ? ਜੋਗੀ ਆਪਣੇ ਆਪ ਨੂੰ ਦਾਨੀ ਦਾਤੇ ਵੀ ਸਮਝਦੇ ਆ ਕਿ ਅਸੀਂ ਤੁਹਾਡਾ ਮਾਰਗ ਦਰਸ਼ਨ ਕਰਦੇ ਹਾਂ, ਤੇ ਉਹ ਮੰਗਦੇ ਫਿਰਦੇ ਆ। ਫਿਰ ਦਾਤੇ ਕਿਵੇਂ ਹੋਏ? ਦਾਤਾ ਤਾਂ ਫਿਰ ਗ੍ਰਸਤੀ ਆ।
ਜਿਹਦੇ ਘਰੋਂ ਤੁਸੀਂ ਡਾਲੀਆਂ ਲੈ ਕੇ ਆਉਣੇ ਹੋ, ਜਿਹਦੇ ਘਰੋਂ ਤੁਸੀਂ ਆਪਣੀਆਂ ਸਰੀਰਕ ਲੋੜਾਂ ਪੂਰੀਆਂ ਕਰਦੇ ਹੋ। ਇਸ ਕਰਕੇ ਬਾਬਾ ਜੀ ਨੇ ਦੱਸਿਆ ਕਿ ਪਰਮੇਸ਼ਰ ਇੱਕ ਹੈ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਜਿੱਥੇ ਉਸ ਵੇਲੇ ਧਰਮ ਦੇ ਮੁਖੀਆਂ ਨੇ ਬੰਦਿਆਂ ਨੂੰ ਚਾਰ ਹਿੱਸਿਆਂ ਵਿੱਚ ਕਰਤਾ ਸੀਗਾ, ਖੱਤਰੀ ਬ੍ਰਾਹਮਣ ਸੂਦ ਵੈਸ, ਬਾਬੇ ਨੇ ਚਾਰਾਂ ਨੂੰ ਫਿਰ ਭਰਾ ਭਰਾ ਬਣਾਇਆ, ਸਮਝਾਇਆ ਵੀ ਨਹੀਂ ਇਹ ਗਲਤ ਹੈ। ਇੱਕ ਪਿਤਾ ਇੱਕ ਸਕੇ ਹਮ ਬਾਰਕ, ਅਸੀਂ ਸਾਰੇ ਇੱਕ ਪਿਤਾ ਦੇ ਪੁੱਤਰ ਹਾਂ। ਇਸ ਕਰਕੇ ਆ ਜਿਹੜਾ ਜਾਤ ਪਾਤ ਛੂਤ ਛਾਤ ਦਾ ਭਰਮ ਪਾਤਾ ਨਾ ਤੁਹਾਡੇ ਵਿੱਚ, ਪਾਸੇ ਹੋ ਜਾ, ਮੈਨੂੰ ਹੱਥ ਨਾ ਲਾਈ, ਮੇਰਾ ਭਾਂਡਾ ਨਾ ਭਿੱਟਦੀ। ਛੋਟੀ ਜਿਹੀ ਉਮਰ ਸੀ ਦੱਸਦੀ ਵੀ, ਜਿਸ ਵੇਲੇ ਘਰ ਵਿੱਚ ਦੇਖਦੇ ਸੀਗੇ, ਲਗਭਗ ਅੱਜ ਤੋਂ 50 ਸਾਲ ਪਹਿਲਾਂ ਦੀ ਗੱਲ ਹੈ, ਕਿ ਜਿਹੜੇ ਸਾਡੇ ਘਰੇ ਜੇ ਮਜ਼ਦੂਰੀ ਕਰਦੇ, ਸੀਰੀ ਦਿਹਾੜੀਏ ਖੇਤੀਬਾੜੀ ਨਾਲ ਕਰਾਉਂਦੇ ਸਨ, ਤਾਂ ਉਹਨਾਂ ਦੇ ਬਾਟੀਆਂ, ਉਹਨਾਂ ਦੇ ਭਾਂਡੇ ਜਿਹੜੇ ਬਰੇ ਬਾਹਰ ਕੁਤਲੇ ਵਾਲੀ ਮਸ਼ੀਨ ਕੋਲੇ ਪਏ ਹੁੰਦੇ ਸੀ। ਕੋ ਸਤਨਾਮ, ਕਿਤੇ ਉਹਨਾਂ ਦਾ ਭਾਂਡਾ ਸਾਡੇ ਭਾਂਡਿਆਂ ਨਾਲ ਨਾ ਲੱਗ ਜੇ। ਤੇ ਇਹ ਸਾਰੇ ਵਹਿਮ ਭਰਮ ਬਾਬੇ ਨਾਨਕ ਨੇ ਆ ਕੇ ਕੱਢੇ ਅਸਲ ਦੇ ਵਿੱਚ, ਜੋ ਦੁਨੀਆ ਨੇ ਵਹਿਮ ਭਰਮੇ ਪਾਏ ਹੋਏ ਸੀਗੇ। ਚਾਰ ਵਰਨ ਇੱਕ ਵਰਨ ਕਰਾਇਆ, ਇਹ ਚਾਰੇ ਪੈਰ ਹਨ ਧਰਮ ਦੇ। ਇੱਥੇ ਬ੍ਰਾਹਮਣ ਭਾਵ ਗਿਆਨ ਵੀ ਚਾਹੀਦਾ ਹੈ। ਇੱਥੇ ਛਤਰੀ ਧਰਮ ਨੂੰ ਕਾਇਮ ਰੱਖਣ ਵਾਸਤੇ ਸ਼ਾਸਤਰ ਚੱਕਣ ਵਾਲੇ ਦੀ ਵੀ ਲੋੜ ਹੈ। ਇੱਥੇ ਵੈਸ਼ ਵਪਾਰ ਕਰਨ ਵਾਲਿਆਂ ਦੀ ਵੀ ਲੋੜ ਹੈ, ਜੋ ਸਭ ਦੀਆਂ ਲੋੜਾਂ ਪੂਰੀਆਂ ਕਰਦੇ ਆ। ਤੇ ਇੱਥੇ ਸ਼ੂਦਰ ਭਾਵ ਸੇਵਾਦਾਰਾਂ ਦੀ ਵੀ ਲੋੜ ਹੈ, ਜਿਹੜੇ ਝਾੜੂ ਮਾਰਦੇ ਆ। ਤੇ ਬਾਬੇ ਨਾਨਕ ਦੇ ਸਿੱਖ ਵਿੱਚ ਇਹ ਚਾਰੇ ਗੁਣ ਭਰੇ, ਬਈ ਤੂੰ ਗਿਆਨੀ ਵੀ ਬਣ, ਤੂੰ ਦਿਮਾਗ ਦੇ ਕਰਕੇ ਵੀ ਤੇਜ਼ ਹੋ, ਤੇ ਤੂੰ ਸ਼ਸਤਰ ਧਾਰੀ ਵੀ ਹੋ, ਤੇ ਤੂੰ ਝਾੜੂ ਚੱਕ ਕੇ ਬੋਕਰ ਵੀ ਮਾਰ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਸੇਵਾ ਵੀ ਕਰ ਤੇ ਸਿਮਰਨ ਵੀ ਕਰ, ਗਿਆਨ ਵੀ ਰੱਖ। ਇਸ ਕਰਕੇ ਜਿੱਥੇ ਉਸ ਵੇਲੇ ਦੇ ਬ੍ਰਾਹਮਣ ਨੇ ਬੰਦਿਆਂ ਨੂੰ ਚਾਰ ਹਿੱਸਿਆਂ 'ਚ ਵੰਡਤਾ, ਗੁਰੂ ਨੇ ਉਹ ਚਾਰੇ ਗੁਣ ਆਪਣੇ ਸਿੱਖ 'ਚ ਭਰਤੇ, ਕਹਿੰ ਤੂੰ ਚਾਰੇ ਕੰਮ ਕਰਨੇ ਆ। ਕੀ ਕਿਹਾ ਪਾਤਸ਼ਾਹ ਨੇ? ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ, ਰਾਣਾ ਰਾਜੇ ਤੇ ਰੰਕ ਗਰੀਬ, ਇਹਨਾਂ ਤਿੰਨ ਦੋਨਾਂ ਨੂੰ ਬਰਾਬਰ ਕੀਤਾ। ਰਾਣਾ ਰੰਕ ਬਰਾਬਰੀ, ਪੈਰੀ ਪਵਨਾ ਜਗ ਵਰਤਾਇਆ। ਜਿਵੇਂ ਗੁਰੂ ਅਮਰਦਾਸ ਜੀ ਨੇ ਪੱਕੇ ਤੌਰ ਤੇ ਹੁਕਮ ਦਿੱਤਾ, ਸ਼ੁਰੂਆਤ 'ਚ ਬਾਬੇ ਨਾਨਕ ਨੇ ਹੌਲੀ ਹੌਲੀ ਸਮਝਾਇਆ। ਆਪਣਾ ਰਬਾਬੀ ਮਰਦਾਨਾ ਲਿਆ, ਜਿਹਦੀ ਸਭ ਤੋਂ ਨੀਵੀਂ ਜਾਤ ਸੀ, ਉਹਨਾਂ ਦੇ ਕਹਿਣ ਮੁਤਾਬਕ। ਬਾਬਾ ਨਹੀਂ ਕਹਿੰਦਾ ਗਾ, ਬਾਬਾ ਤਾਂ ਮਰਦਾਨੇ ਨੂੰ ਗਲੇ ਲਾ ਕੇ ਆਪਣਾ ਮਿੱਤਰ ਕਹਿੰਦਾ ਹੈ, ਕਹੋ ਸਤਨਾਮ ਸ੍ਰੀ, ਪਿਆਰ ਕਰਦਾ ਹੈ। ਪਰ ਮੈਂ ਦੁਨੀਆ ਦੇ ਮੁਤਾਬਕ ਕਹਿਣਾ ਕਿ ਜਿਹੜੇ ਕਹਿੰਦੇ ਸੀਗੇ ਜਾਤ ਕੁਜਾਤ ਮਾੜੀ ਜਾਤ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਭਾਵ ਨੀਵੀਆਂ ਜਾਤਾਂ ਜਿਵੇਂ ਬਣਾਈਆਂ ਹੋਈਆਂ ਸੀ ਉਹਨਾਂ ਲੋਕਾਂ ਨੇ, ਉਹਨਾਂ ਵਿੱਚੋਂ ਸਭ ਤੋਂ ਨੀਵੀਂ ਜਾਤ ਮਰਾਸੀਆਂ ਦੀ ਮੰਨੀ ਗਈ ਸੀਗੀ। ਤੇ ਮਰਾਸੀ ਦੇ ਅੰਦਰ ਪਾਤਸ਼ਾਹ ਨੇ ਗੁਣ ਰੱਖ ਦਿੱਤਾ, ਗਿਆਨ ਰੱਖ ਦਿੱਤਾ, ਰਬਾਬ ਦਾ, ਕੀਰਤਨ ਦਾ, ਰਾਗ ਦਾ। ਤੇ ਉਸ ਮਰਾਸੀ ਮਰਦਾਨੇ ਨੂੰ ਆਪਣਾ ਮਿੱਤਰ ਬਣਾ ਕੇ ਤੁਰਿਆ। ਇੱਕ ਦਿਨ ਕਹਿੰਦੇ ਮਰਦਾਨੇ ਦੇ ਘਰ ਵਾਲੀ ਵਿੱਚ, ਮਰਦਾਨੇ ਦੀ ਘਰ ਵਾਲੀ ਦੇ ਦਿਮਾਗ ਵਿੱਚ ਖਿਆਲ ਆਇਆ, ਬਈ ਤੂੰ ਤਾਂ ਬਾਬੇ ਨਾਨਕ ਨਾਲ ਤੁਰਿਆ ਫਿਰਦਾ ਹੈ, ਉਸ ਦੇ ਘਰੋਂ ਪ੍ਰਸ਼ਾਦਾ ਵੀ ਛਕ ਲੈਣਾ ਹੈ, ਤੇ ਉਸ ਨੂੰ ਆਪਣਾ ਗੁਰੂ ਵੀ ਸਮਝਦਾ ਹੈ, ਪਰ ਉਹ ਆਪਣੇ ਘਰ ਤੱਕ ਕਦੇ ਆਇਆ ਨਹੀਂ ਗਾ ਪ੍ਰਸ਼ਾਦਾ ਛਕਣ। ਹੋਣਾ ਚਾਹੀਦਾ ਨਾ, ਦੋਨੇ ਪਾਸੇ ਬਰਾਬਰੀ ਹੋਣੀ ਚਾਹੀਦੀ ਹੈ, ਰਾਣਾ ਰੰਕ ਬਰਾਬਰੀ। ਜਦੋਂ ਇਹ ਫੁਰਨਾ ਬਣਿਆ ਤੇ ਮਰਦਾਨੇ ਨੂੰ ਬੜੀ ਨਮੋਸ਼ੀ ਜੀ ਹੋਈ ਵੀ ਗੱਲ ਤਾਂ ਸਹੀ ਹੈ ਇਸ ਦੀ। ਮੈਂ ਜਾਣਾ ਅੱਜ ਵੇਖਦਾ ਭਲਾ ਬਾਬਾ ਨਾਨਕ ਮੇਰੇ ਕਹੇ ਤੂੰ ਸਾਡੇ ਘਰੇ ਆ ਕੇ ਪ੍ਰਸ਼ਾਦਾ ਛਕਦਾ ਕਿ ਨਹੀਂ। ਕਹਿੰਦੀ ਘਰੋਂ ਮਰਦਾਨਾ ਤੁਰ ਪਿਆ, ਕਹਿੰਦਾ ਮੈਂ ਜਾ ਕੇ ਲੈ ਕੇ ਆਉਣਾ। ਮਰਦਾਨਾ ਚੱਲ ਪਿਆ ਤੇ ਉਧਰੋਂ ਰਾਹ ਦੇ ਵਿੱਚ ਉਹਨੂੰ ਬਾਬਾ ਨਾਨਕ ਜੀ ਟੱਕਰ ਪਏ, ਉਸੇ ਗਲੀ 'ਚ ਹੀ। ਮਰਦਾਨਾ ਕਹਿੰਦਾ ਜੀ ਕਿੱਧਰ ਚੱਲੇ ਹੋ? ਕਹਿੰਦੇ ਮਰਦਾਨੇ ਆ ਜੀ ਕੀਤਾ ਸੀਗਾ ਯਾਰ ਵੀ ਅੱਜ ਮਰਦਾਨੇ ਘਰੇ ਪ੍ਰਸ਼ਾਦਾ ਛਕਦੇ ਆ,
कहे तुसीं तां मेरे मूँह की गल फड़ ली, मैं तुहानूं लैण चलिया सी, अज भी अपने घरे प्रशादा छकांगे। कहो सतनाम। कहते चल फिर मरदानिया, मैं भी इसे करके आ रहा सीगा। तो फिर गुरु प्यारिओ फिर कितनी खुशी हुई उस मरदाने नूं, मरदाने दे परिवार नूं। खैर संसार नूं ये रस्ता दसिया है कि राणा रंक बराबरी, कोई वड्डा छोटा नहीं है। 10वें जामे च कहा, मानस की जात सब है एके पहचान बो, करता करीम सोई राज कर ही मोई, दूसरो न भेद कोई भूल पर मानवो। ये सारे एक परमेश्वर दे पुत्र हाँ। तो तीजे पातशाह जी नूं कई काम हुक्म दे के करने पे, बई जिन्हें सानू अज तो बाद मिलना है, पहला वो पंगत लगी है लंगर दी, उत्थे पंगत विच बह के प्रशादा छके। चाहे कोई गरीब आवे वो भी उस पट्टी ते बैठे, तो चाहे कोई राजा आवे वो भी उस पट्टी ते बह के प्रशादा छके, फिर मैनू मिलन का हुक्म होवेगा। पहरेदारां दी सेवादारां दी ड्यूटी लाती, बई जिहड़ा मैनू मिलन आवे पहला उन्होंने पंगत च बिठाओ। बौली साहब भी इसे करके तैयार किया साझा, बई सारे इहदे विच इशनान करो, ताकि जिहड़ा जात पात छूत छात दीआं मैलां लगियां वो इन्हां दे दिमाग चों लह जाण। जदों वो दयाल होता है, कहंदे राणा रंक बराबरी पैरी पवना जग वरताया। जिथे हंकार सी मनुख नूं अपनी दिमाग दा, अपनी सोच दा, मैं बहुत सियाणा, मेरे वर्गा कोई ब्राह्मण नहीं हैगा। ब्राह्मणों में बहुता ही हंकार वध गया सीगा, वो तो अपने ब्राह्मणों के नाल भी चर्चा करके उन्होंने भी दुख देन लगे सी। दूजिਆਂ तो कुछ समझते ही नहीं सीगे। ते कई ब्राह्मण तो अपने ज्ञान नूं मुख रख के उहदा हंकार करके दूजे ब्राह्मणों नूं कहंदे सन कि चर्चा करो, ते जिहड़ा हार गया उहदे ग्रंथ खोह लैंदे। इहो जिहियां शर्तां रखदे सन। बाबा नानक जी ने उन्हां ब्राह्मणों की भी गुरु प्यारे गल सुनी है, गरीब ब्राह्मणों की। जिस तरह एक शब्द पातशाह जी ने उचारिया आसा दी वार च, गौ ब्राह्मण कौ कर लावो गोबर तरन न जाई। इसकी घटना की है पिछे कि सतगुरु पातशाह जी सुल्तानपुर विच रह रहे हैं बेबे नानकी दे नगर, और सुबह सुबह सतगुरु महाराज घूमण जाते हैं, नदी वाल जाते हैं, इशनान भी उधर करते हैं, खेतों वाल भी चले जाते हैं। एक दिन कहते नदी ते इशनान कर रहे हैं, तो नदी के सामने ही पुल के कोल एक चौंकी बनी हुई है, टैक्स वालियां दी, चुंगी कर वालियां दी चौंकी बनी हुई आ। ते उस चौंकी दे जिहड़ा मुलाजम है वह भी ब्राह्मण है, तिलक लग्या होया, धोती पहनी हुई, माला गल च पाई है। वो नौकरी करदा मुगलों की सरकार सी, मुगलों की उस वेले। ते कुदरती कहंदे बाबे नानक ने की देखिया, एक ब्राह्मण पिंड वालों आ रहे हैं बाहरों, किसी ने गां दी उन्होंने दान विच, किसी के घरों उन्होंने दान विच गां दी, किसी ने दुध पीण लई बच्चों लई। वो गां लैके आ रहे हैं, तो चुंगी वाले रोक लिया, कहने खड़ जा। कहने हाँ बई, कहने भी ਇਹਦਾ टैक्स। वो कहना भी किसी ने दुध पीण नूं दित्ती है यार, मैं किहड़ा कोई व्यापार करदा, मैं किहड़ा जाके बेचनी है जां खरीद के लिआया। किसी जजमान ने प्यार च दित्ती है भी चल बच्चे दुध पी लैणगे। वो कहंदे ये नहीं गल बनदी, जिवें मर्जी लिआया पर इत्थे टैक्स लगूगा। उन्हां दी जुदाई हो गई दोने ब्राह्मणों की, दोने ब्राह्मण है। एक ब्राह्मण मुगलों का खा खा के मुगलों वर्गा हो चुके है, तो दूजा ब्राह्मण मिन्नतां करी जांदा। तो गुरु नानक देव महाराज सारा रौला सुनिया तो उन्हां दे कोल पहुँच गए। हुण जिहड़ा टैक्स मंग रहा ब्राह्मण, उहनूं पुछदे भी की गल आ, कहना टैक्स लगूगा गां ते। उन्होंने पूछा भी किवें आ, व्यापार करदा, कहना ना मारे किसी ने दित्ती आ, मैनूं जजमान ने दुध पीण वास्ते तां लैके आया। गुरु पातशाह उस टैक्स वाले ब्राह्मण नूं कहंदे वे तूं शर्म कर, माड़ी मोटी अकल कर, तेरा ही भाईचारा है, तू सरकार दीआं रोटियां खा के अपने भाईचारे दे एंटी होया, जिवें अज किसानां दे कई आपां नूं पग बन्ने वाले भी एंटी दिसदे आ। कोई सतनाम। एक पासे किसान रौला पा रहे हैं, कह रहे हैं भी कानून खत्म करो,
ਇਹ ਕਾਨੂੰਨ ਬਣਾ ਕੇ ਤੁਸੀਂ ਜਨਤਾ ਨੂੰ ਦੁੱਖ ਦਿਓਗੇ। ਤੇ ਦੂਜੇ ਪਾਸੇ ਕਈ ਜਿਨ੍ਹਾਂ ਨੂੰ ਅਸੀਂ ਪੱਗ ਬੰਨ੍ਹ ਕੇ ਸਿੱਖ ਹੀ ਕਹਿ ਦਈਏ, ਕਿਸਾਨਾਂ ਵਰਗੇ ਹੀ ਲੱਗਦੇ ਆ, ਪਰ ਕਿਸਾਨਾਂ ਦਾ ਹੀ ਉਹ ਖਿਲਾਫ ਚੱਲ ਰਹੇ ਆ। ਉਸੇ ਤਰ੍ਹਾਂ ਹੀ ਪਾਤਸ਼ਾਹ ਉੱਥੇ ਬ੍ਰਾਹਮਣ ਨੂੰ ਕਹਿੰਦੇ ਨੇ, ਕਹਿੰਦੇ ਭਲਿਆ ਇਸੇ ਗਊ ਦੇ ਗੋਹੇ ਨੂੰ ਤੂੰ ਪਵਿੱਤਰ ਸਮਝਦਾ, ਗਊ ਦਾ ਗੋਹਾ ਲੈ ਕੇ ਤੂੰ ਥਾਨ ਬਣਾਉਣਾ, ਉਹਨੂੰ ਲਿਪਦਾ ਕਹਿੰਦੇ ਪਵਿੱਤਰ ਹੋ ਗਿਆ, ਤੇ ਇਸੇ ਗਊ ਤੇ ਤੂੰ ਟੈਕਸ ਲਾ ਰਿਹਾ। ਆਪਣੀ ਬ੍ਰਾਹਮਣ ਜਾਤ ਨੂੰ ਤੁਸੀਂ ਉੱਚੀ ਸਮਝਦੇ ਹੋ, ਇਹ ਵੇਦਾਂ ਦੇ ਬਖਤੇ ਆ, ਤੇ ਇਸੇ ਬ੍ਰਾਹਮਣ ਤੇ ਟੈਕਸ ਲਾ ਰਹੇ ਆ, ਤੇ ਤੇਰਾ ਭਲਾ ਕਿਵੇਂ ਹੋਊਗਾ। ਉੱਥੇ ਫਿਰ ਸ਼ਬਦ ਉਚਾਰਿਆ ਆਸਾ ਜੀ ਕੀ ਵਾਰ ਕਾ, ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰ ਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਮਲੇਸ਼ਾਂ ਦਾ ਖਾ ਖਾ ਕੇ ਤੂੰ ਮਲੇਸ਼ਾਂ ਦੀ ਮੱਤ ਵਰਗਾ ਹੋ ਗਿਆ, ਕੋਈ ਸਤਨ ਮਲੇਸ਼ ਹੀ ਬਣ ਗਿਆ। ਜੈਸਾ ਅੰਨ ਵੈਸਾ ਮਨ, ਇਹ ਅਸਰ ਹੁੰਦਾ ਸਾਡੇ ਤੇ। ਲੰਗਰ ਦੀਆਂ ਰੋਟੀਆਂ ਵੀ ਤਾਂ ਹੀ ਪਚਦੀਆਂ ਜੇ ਸੇਵਾ ਸਿਮਰਨ ਕੀਤਾ ਜਾਵੇ, ਨਹੀਂ ਤਾਂ ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਣ, ਮੱਤ ਮਾਰਨ ਹੱਡ ਭੰਨਣ, ਕੰਮ ਕਰਨ ਨਾ ਦੇਣ, ਕਹੋ ਸਤਨਾਮ ਸੀ। ਇਸੇ ਤਰ੍ਹਾਂ ਹੀ ਜਿਹੋ ਜਿਹਾ ਖਾਈਏ ਉਹਦਾ ਅਸਰ ਹੁੰਦਾ ਸਰੀਰ ਤੇ। ਜੇ ਬਚਣਾ ਤਾਂ ਫਿਰ ਭਜਨ ਬੰਦਗੀ ਚਾਹੀਦੀ ਹੈ, ਸਿਮਰਨ ਚਾਹੀਦਾ। ਬਾਬਾ ਜੀ ਕਹਿੰਦੇ ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰ ਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ। ਮੈਨੂੰ ਤੂੰ ਵੀ ਬ੍ਰਾਹਮਣ ਲੱਗਦਾ, ਤੇਰਾ ਭੇਸ ਬ੍ਰਾਹਮਣਾਂ ਵਾਲਾ ਹੈ, ਇਹ ਵੀ ਤੇਰਾ ਭਾਈਚਾਰਾ ਯਾਰ, ਤੂੰ ਗੱਲ ਬਣੀ ਕੋਈ ਗਾਂ ਤੇ ਟੈਕਸ ਲਾਈ ਜਾਂਦਾ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾਂ ਖਾਈ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਉੱਥੇ ਫਿਰ ਉਸ ਬ੍ਰਾਹਮਣ ਨੂੰ ਸਮਝਾਉਂਦੇ ਆ, ਤੇ ਉਹਦੀ ਰੱਖਿਆ ਵੀ ਕੀਤੀ, ਉਸ ਬ੍ਰਾਹਮਣ ਦੀ ਉਹਦੇ ਪੱਖ ਦੇ ਵਿੱਚ ਗੱਲ ਕੀਤੀ, ਉਹਨੂੰ ਅਕਲ ਦਿੱਤੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਮਾਤ ਲੋਕ ਵਿੱਚ ਬਾਬਾ ਨਾਨਕ ਜੀ ਆਏ ਤਾਂ ਉਸ ਵੇਲੇ ਰਾਣਾ ਰੰਕ ਬਰਾਬਰੀ, ਪੈਰਾਂ ਉੱਪਰ ਸੀਸ ਨਿਵਾਇਆ, ਬੰਦੇ ਨੂੰ ਨਿਮਰਤਾ ਰੱਖਣ ਦਾ ਗਿਆਨ ਦਿੱਤਾ ਵੀ ਹੰਕਾਰ ਨਾ ਕਰ, ਨਿਮਰਤਾ ਵਿੱਚ ਵੀ ਆ। ਪੈਰ ਜਿਹੜੇ ਹਨ ਥੱਲੇ ਹਨ, ਸਿਰ ਉੱਤੇ ਹੈ। ਲੋਕ ਕਹਿੰਦੇ ਫਲਾਨਾ ਬੜਾ ਹੀ ਗਿਆਨਵਾਨ ਹੈ, ਉਹਦਾ ਸਤਿਕਾਰ ਕਰਦੇ ਆ, ਲੇਕਿਨ ਪੈਰਾਂ ਦੇ ਉੱਤੇ ਝੁਕਦੇ ਨਹੀਂ, ਉਹ ਨਿਮਰਤਾ ਵਿੱਚ ਨਹੀਂ ਆਉਂਦੇ। ਇਸ ਕਰਕੇ ਸਤਿਗੁਰ ਨੇ ਬਰਾਬਰੀ ਦਾ ਉਪਦੇਸ਼ ਦਿੱਤਾ, ਸਾਰੇ ਬਰਾਬਰ ਹੈ। ਉਲਟਾ ਖੇਲ ਪਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਜੇ ਸਿਰਾਂ ਦੇ ਵਿੱਚ ਹੰਕਾਰ ਪੈਦਾ ਹੋ ਗਿਆ, ਅਸੀਂ ਉਹਨਾਂ ਨੂੰ ਪੈਰਾਂ ਤੇ ਪਾਇਆ, ਭਾਵ ਉਹਨਾਂ ਨੂੰ ਨਿਮਰਤਾ ਵਿੱਚ ਲਿਆਂਦਾ। ਜਿਸ ਤਰ੍ਹਾਂ ਕੌਡਾ ਰਾਖਸ਼ ਜਿਸ ਵੇਲੇ ਪਹਿਲਾਂ ਮਰਦਾਨਾ ਫੜਿਆ ਤੇ ਉਹਨੂੰ ਖਾਣ ਨੂੰ ਫਿਰਦਾ ਸੀਗਾ, ਪਰ ਜਿਸ ਵੇਲੇ ਬਾਬਾ ਨਾਨਕ ਗਿਆ ਤੇ ਉਹਦਾ ਜਿਹੜਾ ਆਪਣਾ ਹੰਕਾਰ ਸੀਗਾ, ਉਹਦੇ ਅੰਦਰ ਵਿਕਾਰ ਸੀ, ਉਹ ਖਤਮ ਹੋ ਗਿਆ। ਤੇ ਕੌਡਾ ਰਾਖਸ਼ ਕਹਿੰਦਾ ਮੇਰਾ ਉਧਾਰ ਕਰੋ ਜੀ। ਪਤਾ ਲੱਗਿਆ ਵੀ ਇਹੀ ਨਾਨਕ ਹੈ ਜਿਹਨੂੰ ਮੈਂ ਮਿਲਣਾ ਸੀ, ਅੱਜ ਤੱਕ ਲੱਭ ਰਿਹਾ ਸੀ, ਇਹਨੇ ਮੈਨੂੰ ਆ ਕੇ ਲੱਭ ਲਿਆ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰਾ ਗੁਰੂ ਮਰਦਾਨਾ, ਇਹਦੇ ਪੈਰੀ ਪੈ ਪਹਿਲਾਂ। ਭਾਵ ਜਿੰਨਾ ਚਿਰ ਬੰਦੇ ਦਾ ਹੰਕਾਰ ਦਾ ਟੈਂਪਰੇਚਰ ਡਾਊਨ ਨਹੀਂ ਹੁੰਦਾ ਨਾ, ਉਹਨਾਂ ਚਿਰ ਗਿਆਨ ਦੀ ਗੱਲ ਸਮਝ ਨਹੀਂ ਆਉਂਦੀ। ਕਹੋ ਸਤਨਾਮ ਸ੍ਰੀ। ਤੇ ਕੌਡਾ ਰਾਖਸ਼ ਕਹਿੰਦਾ ਜੀ ਮਰਦਾਨੇ ਦੇ ਤਾਂ ਕੀ, ਮੈਂ ਤਾਂ ਕੁੱਤਿਆਂ ਦੇ ਵੀ ਪੈਰੀ ਪੈ ਜਾਊਂਗਾ। ਕਹਿੰਦੇ ਤੈਨੂੰ ਮੈਂ ਮਰਦਾਨੇ ਕਰਕੇ ਮਿਲਿਆ, ਤੂੰ ਸਾਡਾ ਮਰਦਾਨੇ ਨੂੰ ਫੜਿਆ, ਖਾਣ ਲੱਗਿਆ ਸੀ, ਮੈਨੂੰ ਆਉਣਾ ਪਿਆ, ਤਾਂ ਤੇ ਤੇਰਾ ਗੁਰੂ ਮਰਦਾਨਾ ਹੈ। ਤੂੰ ਉਹ ਮਰਦਾਨੇ ਦੇ ਪੈਰੀ ਪਾਇਆ, ਕੌਡੇ ਰਾਖਸ਼ ਨੂੰ ਉਹਦਾ ਹੰਕਾਰ ਖਤਮ ਕੀਤਾ, ਤੇ ਫਿਰ ਉਹਦਾ ਉਧਾਰ ਵੀ ਕੀਤਾ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਮੇਰੇ ਪ੍ਰੀਤਮ ਜੀ ਇਸ ਤਰ੍ਹਾਂ ਕਹਿੰਦੇ ਹਨ ਕਿ ਜਿਹੜਾ ਹੰਕਾਰੀ ਮਨੁੱਖ ਸੀ, ਉਹਨਾਂ ਨੂੰ ਡਾਊਨ ਕੀਤਾ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਨੀਵਿਆਂ ਨੂੰ ਉੱਚੇ ਚੁੱਕਿਆ। ਇਸਤਰੀ ਨੂੰ ਪੈਰ ਦੀ ਜੁੱਤੀ ਸਮਝਦੇ ਸੀ ਲੋਕ, ਇਹਨੂੰ ਵੀ ਬਰਾਬਰ ਦਿੱਤਾ, ਦਰਜਾ ਬਰਾਬਰ ਕੀਤਾ। ਭੰਡ ਜੰਮੀਆਂ ਭੰਡ ਨਿਮੀਆਂ, ਭੰਡ ਮੰਗਣ ਵੀ ਆਹੋ। ਇਸ ਕਰਕੇ ਬਾਬਾ ਜੀ ਨੇ ਫਿਰ ਉਲਟਾ ਖੇਲ ਪਰਮ ਦਾ, ਪੈਰਾਂ ਉੱਪਰ ਸੀਸ ਨਿਵਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ੍ਹ ਮੰਤਰ ਸੁਣਾਇਆ, ਤੇ ਪਰਮੇਸ਼ਰ ਦੇ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਕਲ ਤਾਰਨ ਗੁਰੂ ਨਾਨਕ ਆਇਆ, ਇਉਂ ਪਰਮੇਸ਼ਰ ਦਇਆ ਦੇ ਘਰ ਵਿੱਚ ਆਇਆ। ਭਏ ਕਿਰਪਾਲ ਗੋਬਿੰਦ ਗੁਸਾਈ। ਜਦੋਂ ਪਰਮੇਸ਼ਰ ਸਾਨੂੰ ਬਣਾਉਣ ਵਾਲੇ, ਸਾਨੂੰ ਪਾਲਣ ਵਾਲੇ, ਸਾਨੂੰ ਸਾਜਣ ਵਾਲੇ ਸਾਡੇ ਮਾਲਕ ਦਇਆ ਦੇ ਘਰ 'ਚ ਆਏ, ਮੇਘ ਵਰਸੈ ਸਭਨੀ ਥਾਈ, ਤੇ ਉਹਨੇ ਕਿਰਪਾ ਦਾ ਮੀਂਹ ਵਰਾਇਆ। ਗੁਰੂ ਨਾਨਕ ਬਣ ਕੇ ਆਉਣਾ ਕੀਤਾ। ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ, ਤੇ ਸੰਸਾਰ ਨੂੰ ਸੁੱਖ ਵਰਤਾਇਆ।
ਆਪਣੇ ਜੀ ਜੰਤ ਪ੍ਰਤਪਾਰੇ। ਇਉਂ ਫਿਰ ਅਕਾਲ ਪੁਰਖ ਨੇ ਨਾਨਕ ਬਣ ਕੇ ਸਾਰੇ ਸੰਸਾਰ ਦੀ ਸਾਰ ਲਈ ਆਪਣੇ ਸਾਜੇ ਜੀਵ ਜਨਤਾ ਨੂੰ, ਜੀਵ ਹੁੰਦੇ ਆ ਅਸਥੂਲ ਤੇ ਜੰਤ ਹੁੰਦੇ ਆ ਉਹ ਜਿਹੜੇ ਬੜੇ ਸੂਖਮ ਹੈ, ਜਿਹੜੇ ਖੁਰਦਬੀਨ ਨਾਲ ਦਿਸਦੇ ਆ, ਬਰੀਕ ਬਰੀਕ, ਮੱਛਰ ਤੋਂ ਵੀ ਬਰੀਕ। ਉਹਨਾਂ ਜੀਵਾਂ ਤੋਂ ਲੈ ਕੇ ਹਾਥੀ ਤੱਕ ਸਾਰੇ ਜੀਵ ਜੰਤੂਆਂ ਨੂੰ ਜਿਹੜਾ ਸਾਜਣ ਵਾਲਾ ਮਾਲਕ ਹੈ ਉਹ ਹੀ ਪਾਲਦਾ ਹੈ। ਜੀ ਜੰਤ ਆਪਣੇ ਜੀ ਜੰਤ ਪ੍ਰਤਪਾਰੇ, ਜੋ ਬਾਰਕ ਮਾਤਾ ਸੰਹਾਰੇ। ਇਉਂ ਗੁਰੂ ਨਾਨਕ ਬਣ ਕੇ ਸੰਸਾਰ ਨੂੰ ਸੰਭਾਲਿਆ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ। ਸਭ ਦਾ ਖਿਆਲ ਰੱਖਣ ਵਾਲਾ, ਕੌਡੇ ਰਾਖਸ਼ ਸੱਜਣ ਠੱਗ ਵਰਗਿਆਂ ਨੂੰ ਵੀ ਤਾਰਨ ਵਾਲਾ ਬਾਬਾ ਨਾਨਕ, ਕਿਉਂਕਿ ਸਾਰੇ ਹੀ ਉਹਦੇ ਆ। ਜੇ 4 ਬੱਚੇ ਆ ਤੇ ਇੱਕ ਬੱਚਾ ਸਾਡਾ ਖਰਾਬ ਵੀ ਨਿਕਲ ਗਿਆ ਤੇ ਮਾਂ ਪਿਓ ਤਾਂ ਉਹਦੀ ਵੀ ਸੰਭਾਲ ਕਰਦੇ ਆ। ਕਹੋ ਸਤਿਨਾਮ ਸ੍ਰੀ। ਜੇ ਇੱਕ ਬੱਚਾ ਗਲਤ ਰਸਤੇ ਵੀ ਪੈ ਗਿਆ, ਮਾਂ ਪਿਓ ਉਹਦੀ ਵੀ ਸੰਭਾਲ ਕਰਦੇ ਆ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਗੁਰੂ ਨਾਨਕ ਬਣ ਕੇ ਉਹਨਾਂ ਜੀਵਾਂ ਦੀ ਸੰਭਾਲ ਵੀ ਕੀਤੀ ਜਿਹੜੇ ਕੌਡੇ ਰਾਖਸ਼ ਸੱਜਣ ਠੱਗ ਦਾ ਰੂਪ ਧਾਰ ਚੁੱਕੇ ਸੀ। ਕਹੋ ਸਤਿਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ, ਜਿਉਂ ਬਾਰਕ ਮਾਤਾ ਸੰਹਾਰੇ, ਜਿਵੇਂ ਮਾਂ ਬੱਚਿਆਂ ਨੂੰ ਸੰਭਾਲਦੀ ਹੈ, ਇਉਂ ਅਕਾਲ ਪੁਰਖ ਨੇ ਜੀਵਾਂ ਨੂੰ ਸੰਭਾਲਣਾ ਕੀਤਾ। ਦੁੱਖ ਪੰਜਨ ਸੁਖ ਸਾਗਰ ਸੁਆਮੀ, ਉਹ ਦੁੱਖਾਂ ਨੂੰ ਦੂਰ ਕਰਨ ਵਾਲਾ, ਸੁੱਖਾਂ ਦਾ ਸਾਗਰ ਮਾਲਕ। ਦੇਤ ਸਗਲ ਆਹਾਰੇ ਜੀਓ, ਸਾਰਿਆਂ ਦੀ ਰੋਟੀ ਦਾ ਇੰਤਜ਼ਾਮ ਕੀਤਾ। ਜਲ ਮੈਂ ਜੰਤੋ ਪਾਇਨ ਤਿੰਨਾਂ ਪੇ ਰੋਜੀ ਦੇ। ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਕਮਾਈ ਕਰਕੇ ਲਿਆਉਣੇ ਆ ਫਿਰ ਖਾਂਦੇ ਆ। ਬਾਬਾ ਜੀ ਕਹਿੰਦੇ ਸਮੁੰਦਰ ਵਿੱਚ ਮਗਰਮੱਛ ਹੈ, ਮੱਛੀਆਂ, ਵੱਡੇ ਵੱਡੇ ਜਲ ਜੰਤੂ ਹੈ। 42 ਲੱਖ ਜੂਨ ਪਾਣੀ 'ਚ ਰਹਿੰਦੀ ਹੈ, 42 ਲੱਖ ਧਰਤੀ 'ਤੇ ਹੈ। ਭਗਤ ਨਾਮਦੇਵ ਨੇ ਦੱਸਿਆ 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਇ ਕਰੋ। ਜਿਹੜੀ 42 ਲੱਖ ਜੂਨ ਪਾਣੀ 'ਚ ਹੈ, ਉੱਥੇ ਕਿਹੜੀ ਦੁਕਾਨਦਾਰੀ ਚੱਲਦੀ ਆ, ਕਿਹੜਾ ਵਪਾਰ ਚੱਲਦਾ? ਜਲ ਮਹਿ ਜੰਤਿਓ ਪਾਇਨ ਤਿਨਾ ਪੀ ਰੋਜੀ ਦੇ। ਉੱਥੇ ਹੱਟ ਨਾ ਚੱਲੀ, ਨਾ ਕੋਈ ਕਿਰਸ ਕਰੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਜਿਹੜੇ ਜੀਵ ਮਰ ਜਾਂਦੇ ਆ ਉਹਨਾਂ ਦੇ ਸਰੀਰਾਂ ਨੂੰ ਦੂਜੇ ਜੀਵ ਖਾ ਕੇ ਆਪਣੀ ਭੁੱਖ ਮਿਟਾ ਲੈਂਦੇ ਆ। ਕਹੋ ਸਤਿਨਾਮ ਸ੍ਰੀ। ਦੇਖੋ, ਦੇਤ ਸਗਲ ਆਹਾਰੇ ਜੀਓ, ਮੱਛਰ ਤੋਂ ਲੈ ਕੇ ਹਾਥੀ ਤੱਕ ਸਾਰੇ ਜੀਵਾਂ ਦੀ ਰੋਟੀ ਦਾ ਇੰਤਜ਼ਾਮ ਜਿਸ ਨੇ ਕੀਤਾ ਹੋਇਆ ਹੈ, ਭੋਜਨ ਦਾ ਇੰਤਜ਼ਾਮ ਕੀਤਾ ਹੋਇਆ ਹੈ। ਮੈਂ ਉਸ ਤੋਂ ਬਲਿਹਾਰੀ ਜਾਵਾਂ। ਜਲ ਥਲ ਪੂਰ ਰਹਾ ਮਿਹਰਵਾਨਾ, ਉਹ ਦਿਆਲੂ ਕਿਰਪਾਲੂ ਪਰਮੇਸ਼ਰ ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ। ਸਾਰਿਆਂ ਤੇ ਮਿਹਰ ਕਰਨ ਵਾਲਾ, ਮਿਹਰਬਾਨ ਸਹਿ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਤੋਂ ਕਾਹੇ ਡੋਲੇ ਪ੍ਰਾਣੀਆਂ ਤੋਂ ਰਾਖੇਗਾ ਸਿਰਜਨਹਾਰ। ਪਰ ਇੱਕ ਸ਼ਰਤ ਹੈ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ। ਤੂੰ ਉਹਨੂੰ ਯਾਦ ਰੱਖ, ਬਾਕੀ ਕੰਮ ਉਹ ਆਪੇ ਕਰੂਗਾ। ਬੱਚੇ ਮਾਤਾ ਪਿਤਾ ਦਾ ਸਤਿਕਾਰ ਕਰਨ ਤੇ ਮਾਤਾ ਪਿਤਾ ਫਿਰ ਬੱਚਿਆਂ ਦਾ ਇੰਤਜ਼ਾਮ ਆਪੇ ਹੀ ਤਾਂ ਕਰਦੇ ਆ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦਾ ਸਤਿਕਾਰ ਕਰੀਏ, ਉਹਦੀ ਸਿਫਤ ਸਲਾਹ ਕਰੀਏ, ਉਹਨੂੰ ਯਾਦ ਰੱਖੀਏ ਤੇ ਇੰਤਜ਼ਾਮ ਸਾਰਾ ਉਸੇ ਨਹੀਂ ਕਰਨਾ। ਮੇਰੇ ਪ੍ਰੀਤਮ ਜੀ ਕਹਿੰਦੇ ਪੰਕਤੀਆਂ ਵਿੱਚ, ਆਖਰੀ ਪੰਕਤੀਆਂ ਵਿੱਚ, ਜਲ ਥਲ ਪੂਰ ਰਿਹਾ ਮਿਹਰਬਾਨਾ, ਸਦ ਬਲਿਹਾਰ ਜਾਈਏ ਕੁਰਬਾਨਾ। ਆਓ ਬਲਿਹਾਰੇ ਜਾਈਏ ਉਸ ਪਰਮੇਸ਼ਰ ਤੋਂ, ਬਾਰ ਬਾਰ ਬਲਿਹਾਰੇ ਜਾਈਏ, ਸਦਾ ਬਲਿਹਾਰੇ ਜਾਈਏ। ਰਹਿਣ ਦਿਨ ਸੇ ਸਦਾ ਤੇ ਆਈ, ਕਿਵੇਂ ਬਲਿਹਾਰ ਜਾਈਏ? ਜਦ ਜੰਗਾਂ ਦਾ ਸਮਾਂ ਸੀ ਗੁਰੂ ਸਾਹਿਬ ਦੇ ਸਮੇਂ, ਤਾਂ ਉਦੋਂ ਸਿੰਘਾਂ ਨੇ ਜਾਨਾਂ ਵਾਰ ਕੇ ਬਲਿਹਾਰ ਜਾਣਾ ਕੀਤਾ, ਕੁਰਬਾਨ ਹੋਣਾ ਕੀਤਾ। ਗੁਰੂ ਦੇ ਕਾਰਜਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਲਾਤੀਆਂ। ਇਹ ਹੈ ਗੁਰੂ ਤੋਂ ਬਲਿਹਾਰ ਜਾਣਾ, ਕੁਰਬਾਨ ਜਾਣਾ। ਤੇ ਅੱਜ ਬਲਿਹਾਰ ਜਾਣਾ ਹੈ ਉਹਦੀ ਸਿਫਤ ਸਲਾਹ ਕਰਕੇ। ਕਹੋ ਸਤਿਨਾਮ ਸ੍ਰੀ। ਉਹਦਾ ਸ਼ੁਕਰੀਆ ਕਰਕੇ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸਦ ਬਲਿਹਾਰ ਜਾਈਏ ਕੁਰਬਾਨਾ, ਰਹਿਣ ਦਿਨ ਤੇ ਸਦਾ ਤੇ ਆਈ, ਜੇ ਖਿਨ ਮੈਂ ਸਗਲ ਉਧਾਰੇ ਜੀਓ। ਜਿਹੜਾ ਇੱਕ ਛਿਣ ਵਿੱਚ ਤੇਰਾ ਮੁਕਤੀ ਕਰ ਸਕਦਾ, ਇੰਨੀ ਪਾਵਰ ਰੱਖਦਾ, ਸਾਨੂੰ ਫਸਿਆਂ ਹੋਇਆਂ ਨੂੰ ਇੱਕ ਛਿਣ ਵਿੱਚ ਕੱਢ ਸਕਦਾ ਹੈ।
जिस तरह गुरु प्यारिओ सतगुरु गोबिंद सिंह महाराज जी जदों अलोप हो गए सी हजूर साहब तो उदों बाद की घटना है कि दो राजे कैद दे विच हन ते उस कैद विच एक सिख भी है जां पहरेदार है, वो रोज़ाना सुखमनी साहिब का जाप करता है। तो उन्होंने राजिया ने पूछा भी की पढ़ते रहने हो? वो कहन लगे भी मैं बाणी पढ़दा, इसदा की फायदा होवेगा? सह सुभा कहता है मुक्ति कर दी आ। वो कहन लगे जी मुक्ति कर दी है तो असी भी तो जेल दे विच हाँ, साडी मुक्ति नहीं हो सकती। वो सिख ने पूरी भावना नाल कहता भी क्यों नहीं हो सकती, तुसी भी बाणी पढ़ो। कहने भी असी की पढ़ीए, सानू तो कुछ आउंदा नहीं, तुहाडी बाणी पढ़नी नहीं आउंदी। वो कहन लगे बस एक पंक्ति पढ़ी चलो। सतगुर सिख के बंधन काटे, गुर का सिख विकार ते हाटे। सतगुर सिख के बंधन काटे, उन्होंने कहते राजिया ने ये दो पंक्तियां ही पढ़नियां शुरू कर दित्तियां, लगातार पढ़ते रहे। ऐसा ध्यान जुड़िया, बिरती जुड़ी, इन्हां दी अरदास गुरु कोल पहुंची। तो 10वें पातशाह जी कहते उस वेले फिर जेल दे विच समेत घोड़े उतरे। जिस वेले सतगुरु अलोप होए उदों नीला घोड़ा भी नाल ही अलोप होया उन्हां दा। कहते वो नीले घोड़े ते गए न। कहते जेल विच उतरे, उन्हां राजियां नूं कहा भी आ जाओ। वो कहते तुसीं कौन? कहने मैं उही हाँ जिन्होंने रोज़ जाल करते हो। सतगुर सिख के बंधन काटे, जेल चों बाहर आ जाओ। कहते असीं बाहर किवें आईए, जिंदा लग्या पिया। कहते हाथ लाओ खुल जूगा। जिस वेले एक राजे ने वो जेल के अंदरों ही मोड़ के हाथ लाया, ताला खुल गया, जेल खुल गई। दोने राजे बाहर आ गए गुरु प्यारे हो कि दोने राजियां नूं कहन लगे चलो चलीए। आ पहरेदारां नूं दस दिओ भी असी चले हाँ, मुड़ के लभदे फिरनगे। कहन लगे जी असी की करिए? उन्होंने कहने घोड़े ते बैठो। कहने घोड़े ते आपां सारे किवें बैठांगे महाराज? कहने चंगा फिर रकाबां फड़ लो। तो उन्होंने कहने राजियां ने रकाबां फड़ लियां सतगुर दे घोड़े दियां, जां रकाब ते एक एक पैर धर लिया। इस तरह कहते सतगुरु पातशाह जी उन्होंने दोनों राजियां नूं वो जेल दे विचों मुक्त किया। 6वें पातशाह जी ने 52 कैदी राजियां नूं ग्वालियर चों मुक्त किया। इस तरह ही सतगुरु संसार समुंदर चों भी मुक्त करन दे समर्थ है। आओ गुरु दे लड़ लगीए। वो परिपूर्ण परमेश्वर परमात्मा चाहे तो एक क्षण में सानू मुक्त कर सकता। रैण दिनस ते सदा धियाई, जे खिन में सगल उधारे जियो। राख लिए सगले प्रभ आपे, सारियां नू रखण वाला परमेश्वर आप है। उतर गए सब सोग संतापे, जिन्हां जिन्हां ने उहदे नाल जुड़ना कीता उन्हां दे दुखां दा, संतापां दा, पापां दा नाश हो गया। उतर गए सब सोग संतापे, नाम जपत मन तन हरियावल। प्रभ नानक नदर निहारे जियो। नाम जपदियां साडा मन ते तन हरा हो गया। अकाल पुरख ने सानू संसार समुद्र चों कढ़ लिया। धन गुरु नानक पंजवें सतगुरु कहते जदों ही प्रभु की कृपा दृष्टि हुई, नजरी नजर ने हाल कर दिता। ऐसा परमेश्वर है। प्रीतम जी कह रहे सी भये कृपाल गोबिंद गोसाई। जदों दया के घर विच आउंदा है वो परमेश्वर, मेघ वरसै सबनी थाई, सब दे उत्ते अपनी कृपा दा मींह पा के शांति वरता दिंदा है। दीन दयाल सदा कृपाला, ठांड पाई करतारे जियो। इउं ठंड वरता दिंदा है। तां ते सानू ऐसे परमेश्वर की सिफत सलाह करनी चाहिए, सिमरन करना चाहिए, गुरु वाले बन के करना चाहिए, गुरु वाले बनना चाहिए सानू। हुण जिथे नाम जपिया जाता है उस जीवां दी ते उस थां दी महिमा दसदे आ अगले शब्द विच पंजवें प्रीतम। क्योंकि बाणी सारी लड़ीवार कड़ी च कड़ी पाई हुई है, सारे शब्द एक दूजे नाल जुड़े हुए न। अगले शब्द विच प्रीतम जी कहंदे जिथे नाम जपीए प्रभ प्यारे, जिथे परमेश्वर का नाम जपिया जाता है, से अस्थिल सोहन चौबारे, वो स्थान, वो चबारे, वो धरती सोहनी लगती आ। ते जिथे नाम ना जपीए मेरे गोविंदा,
ਸਈ ਨਗਰ ਉਜਾੜੀ ਜੀਓ। ਉਹ ਜੰਗਲ ਵਾਲੀ ਧਰਤੀ ਚੰਗੀ ਲੱਗਦੀ ਆ ਜਿੱਥੇ ਬੈਠ ਕੇ ਨਾਮ ਜਪਣ ਵਾਲੇ ਨਾਮ ਜਪਦੇ ਆ, ਪਰ ਉਹ ਬਿਲਡਿੰਗਾਂ ਵੀ ਕਿਸੇ ਕੰਮ ਦੀਆਂ ਨਹੀਂ ਜਿਨ੍ਹਾਂ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ। ਕੋਈ ਸਤਨਾਮ, ਉਹ ਘਰ ਵੀ ਕਿਸੇ ਕੰਮ ਦਾ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਉਹ ਘਰ ਤਾਂ ਸ਼ਮਸ਼ਾਨ ਘਾਟ ਵਰਗਾ ਹੈ। ਜੇ ਘਰ ਸਾਧਨ ਸੇਵੀਐ ਹਰ ਕੀ ਪੂਜਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਵਸੇ ਤਿਨ ਮਾਹੇ। ਉਹਦੇ ਵਿੱਚ ਵਸਣ ਵਾਲੇ ਭੂਤਾਂ ਵਰਗੇ ਆ, ਜਿੱਥੇ ਸ਼ਰਾਬਾਂ ਚੱਲਦੀਆਂ, ਨਸ਼ੇ ਚੱਲਦੇ ਆ, ਮੀਟ ਸ਼ਰਾਬ ਚੱਲਦੇ ਆ। ਉਹ ਘਰ ਕਹਿੰਦੇ ਸ਼ਮਸ਼ਾਨ ਘਾਟ ਵਰਗਾ ਤੇ ਉਹਦੇ ਵਿੱਚ ਭੂਤ ਵਸਦੇ ਆ। ਜਿੱਥੇ ਨਾਮ ਜਪਿਆ ਜਾਂਦਾ ਉਹ ਧਰਤੀ ਵੀ ਚੰਗੀ ਹੈ, ਉਹ ਚੁਬਾਰੇ ਵੀ ਚੰਗੇ ਹੈ, ਤੇ ਉਹ ਜੰਗਲ ਵੀ ਚੰਗੇ ਆ। ਗੁਰੂ ਕਿਰਪਾ ਕਰਨ ਵਿਚਾਰਾਂ ਇੱਥੇ ਰੋਕਦੇ ਆ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਬੁਲਾਓ ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।